ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਮਨਪ੍ਰੀਤ ਸਿੰਘ ਤੇ ਮੇਰੇ ਨਾਲ ਬੈਠੇ ਨੇ ਸਵਰਨ ਸਿੰਘ ਟੈਣਾ ਜੀ, ਮਸ਼ਹੂਰ ਟਿੱਪਣੀਕਾਰ ਤੇ ਸੀਨੀਅਰ ਪੱਤਰਕਾਰ। ਟੈਣਾ ਜੀ, ਪਹਿਲਾਂ ਤਾਂ ਅਜੀਤ ਵੈਬ ਟੀਵੀ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਟੈਣਾ ਜੀ, ਜਿਸ ਤਰ੍ਹਾਂ ਆਪਾਂ ਹਰ ਹਫਤੇ ਗੱਲ ਕਰਦੇ ਹਾਂ, ਜਿਹੜਾ ਹਫਤਾ ਨਿਕਲਿਆ ਤੇ ਇਹਦੇ ਵਿੱਚ ਜੇ ਆਪਾਂ ਨਿਊਜ਼ੀਲੈਂਡ ਵਿੱਚ ਪਹਿਲਾਂ ਕਰੋਨਾ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਕਾਫੀ ਸੇਫ ਹੈ ਤੇ ਆਪਾਂ ਕਹਿ ਸਕਦੇ ਹਾਂ ਕਿ ਜਿੱਤ ਸਾਡੀ ਯਕੀਨੀ ਹੈ ਤੇ ਐਲਾਨ ਹੋਣਾ ਬਾਕੀ ਹੈ। ਬਿਲਕੁਲ ਸਹੀ। ਤੇ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਹੁਣ ਤੱਕ 28 ਫਰਵਰੀ ਨੂੰ ਪਹਿਲਾ ਕੇਸ ਮਿਲਿਆ ਸੀ ਤੇ ਉਸ ਤੋਂ ਬਾਅਦ 1514 ਕਰੋਨਾ ਪੀੜਤ ਆ ਜਿਹੜੇ ਉਹ ਟੋਟਲ ਨਿਊਜ਼ੀਲੈਂਡ 'ਚ ਆਏ ਸੀ ਤੇ ਇੱਕ ਪੀੜਤ ਹੈ ਜਿਹੜਾ ਉਹ ਬਾਕੀ ਰਹਿ ਗਿਆ ਤੇ ਜਿਹਦੇ 'ਚੋਂ 22 ਪੀੜਤਾਂ ਦੀ ਮੌਤ ਹੋਈ ਹੈ ਤੇ 98% ਰਿਕਵਰੀ ਨਿਊਜ਼ੀਲੈਂਡ ਕਰੋਨਾ ਪੀੜਤਾਂ ਦੀ ਕਰ ਚੁੱਕਿਆ ਜੀ। ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਤੁਹਾਡੇ ਤਾਂ ਇਸ ਦੇਸ਼ ਦੇ ਵਿੱਚ ਕੁੱਲ ਨਿਊਜ਼ੀਲੈਂਡ ਦੇ ਵਿੱਚ ਇੱਕ ਕੇਸ ਬਾਕੀ ਆ। ਬਿਲਕੁਲ। ਤੁਸੀਂ ਤਾਂ ਇਹ ਗੱਲ ਕਹਿੰਦੇ ਬਹੁਤ ਜੱਚਦੇ ਹੋ ਕਿ ਜਿੱਤ ਸਾਡੀ ਪੱਕੀ ਆ, ਐਲਾਨ ਹੋਣਾ ਬਾਕੀ ਆ। ਭਾਰਤ ਦੇ ਵਿੱਚ ਹਰ ਰੋਜ਼ 7,500 ਨਵਾਂ ਕੇਸ ਆ ਰਿਹਾ, ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਜਿੱਤ ਸਾਡੀ ਪੱਕੀ ਆ, ਐਲਾਨ ਹੋਣਾ ਬਾਕੀ ਹੈ। ਪੰਜਾਬ ਦੇ ਵਿੱਚ ਤਾਂ ਇਹ ਗੱਲ ਚੱਲ ਪਈ ਹੈ, ਸਰਕਾਰ ਇਹ ਸੋਚ ਰਹੀ ਹੈ ਵੀ ਪੰਜਾਬ ਨੂੰ ਕਰੋਨਾ ਮੁਕਤ ਐਲਾਨ ਦਈਏ। ਇਹ ਇੱਕ ਵੱਖਰੀ ਗੱਲ ਆ ਵੀ ਹਰ ਰੋਜ਼ 2 ਦਰਜਨ 2.5 ਦਰਜਨ ਨਵੇਂ ਕੇਸ ਆ ਜਾਂਦੇ ਆ। ਸੋ ਨਿਊਜ਼ੀਲੈਂਡ ਦੀ ਸਰਕਾਰ ਨੇ ਹਰਮਨ ਜੀ ਜਿਸ ਤਰੀਕੇ ਦੇ ਨਾਲ ਕੰਮਕਾਜ ਕੀਤਾ, ਦੁਨੀਆ ਭਰ ਦੇ ਵਿੱਚ ਜਸਿੰਡਾ ਆਰਡਨ ਦੀ ਸਰਕਾਰ ਦੀ ਚਰਚਾ ਹੋ ਰਹੀ ਹੈ ਤੇ ਹੁਣੀ ਕੁਦਰਤੀ ਵੀ ਆ। ਮੈਨੂੰ ਸਭ ਤੋਂ ਵਧੀਆ ਤੇ ਵੱਖਰੀ ਗੱਲ ਇਸ ਧਰਤੀ ਦੇ ਉੱਤੇ ਇਹ ਲੱਗੀ ਹੈ ਵੀ ਭਾਵੇਂ ਇਸ ਵਕਤ ਨੈਸ਼ਨਲ ਪਾਰਟੀ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਹੈ, ਪਰ ਉਹਨਾਂ ਦੇ ਵੱਲੋਂ ਵੀ ਇੱਕ ਥਾਂ ਦੇ ਉੱਤੇ ਵੀ ਨੁਕਤਾਚੀਨੀ ਨਹੀਂ ਕੀਤੀ ਗਈ, ਨਿਗੋਚ ਨਹੀਂ ਕੱਢੀ ਗਈ ਵੀ ਅਸੀਂ ਜਸਿੰਡਾ ਦੇ ਕੰਮ ਦੇ ਵਿੱਚ ਦਖਲ ਦੇਣਾ ਜਾਂ ਅਸੀਂ ਪੈਰ ਮਿੱਧਣਾ ਜਾਂ ਅਸੀਂ ਐਵੇਂ ਵਿਰੋਧ ਦੀ ਰਾਜਨੀਤੀ ਕਰਗੇ। ਉਹਨਾਂ ਨੇ ਇਹ ਗੱਲ ਕਹੀ, ਬਾਕੀ ਵੀ ਕਈ ਦੇਸ਼ਾਂ ਦੇ ਵਿੱਚ ਵਿਰੋਧੀਆਂ ਨੇ ਇਹ ਗੱਲ ਕਹੀ ਵੀ ਹਾਂ ਸਾਡੇ ਰਾਜਨੀਤਿਕ ਮਤਭੇਦ ਹੋ ਸਕਦੇ ਆ, ਸਾਡੀ ਇੱਥੇ ਕੁਰਸੀ ਦੀ ਜੰਗ ਵੀ ਹੋ ਸਕਦੀ ਆ, ਅਸੀਂ ਸੱਤਾ ਦੇ ਵਿੱਚ ਆਉਣ ਦੇ ਲਈ ਹੋ ਸਕਦਾ ਵੀ ਤੁਹਾਡੇ ਨਾਲੋਂ ਵੱਧ ਤਾਂਘਦੇ ਹੋਈਏ, ਪਰ ਜਦੋਂ ਲੋਕਾਂ ਦਾ ਮਸਲਾ ਆ ਗਿਆ, ਜਦੋਂ ਮਨੁੱਖਤਾ ਦੀ ਗੱਲ ਆ ਗਈ, ਜਦੋਂ ਮਹਾਮਾਰੀ ਦਾ ਟਾਕਰਾ ਕਰਨ ਦੀ ਗੱਲ ਆ ਗਈ, ਫਿਰ ਅਸੀਂ ਸੱਤਾਧਾਰੀ ਧਿਰ ਦੇ ਨਾਲ ਆ। ਜੇਕਰ ਉਹ ਸਹੀ ਕੰਮ ਕਰ ਰਹੇ ਆ ਅਸੀਂ ਫਿਰ ਤੁਹਾਡੇ ਨਾਲ ਆ। ਪਰ ਸਾਡੇ ਦੇਸ਼ ਦੇ ਵਿੱਚ ਇਹ ਹੁੰਦਾ ਕਿ ਜੀ ਪ੍ਰਵਾਸੀ ਮਜ਼ਦੂਰਾਂ ਨੂੰ ਅਸੀਂ ਲੈ ਕੇ ਆ ਰਹੇ ਹਾਂ, ਦੂਜਾ ਕਹਿੰਦਾ ਨਾ ਇਹ ਤਾਂ ਅਸੀਂ ਲੈ ਕੇ ਆ ਰਹੇ ਹਾਂ, ਤੀਜਾ ਕਹਿੰਦਾ ਨਾ ਇਹ ਤਾਂ ਅਸੀਂ ਪੈਸੇ ਦਿੱਤੇ ਆ, ਫਿਰ ਇੱਕ ਜਣਾ ਹੋਰ ਕਹਿੰਦਾ ਜੀ ਰੋਟੀ ਅਸੀਂ ਦਿੱਤੀ ਆ, ਦੂਜਾ ਕਹਿੰਦਾ ਪਾਣੀ ਅਸੀਂ ਦਿੱਤਾ। ਉੱਥੇ ਲੰਬੜਦਾਰੀ ਦਾ ਚੱਕਰ ਹੈ, ਇੱਥੇ ਸਿਰਫ ਕੰਮ ਕਰਨ ਦਾ ਚੱਕਰ ਹੈ। ਸਾਦਗੀ ਹੈ ਇੱਥੇ, ਬੜੀ ਚੰਗੀ ਗੱਲ ਹੈ। ਬਿਲਕੁਲ। ਤੇ ਜਿਸ ਤਰ੍ਹਾਂ ਤੁਸੀਂ ਸਾਦਗੀ ਦੀ ਗੱਲ ਕੀਤੀ ਹੈ ਤੇ ਜੇ ਆਪਾਂ ਇਸ ਟਾਈਮ ਭਾਰਤ ਦੀ ਗੱਲ ਕਰੀਏ ਤਾਂ ਜਿਹੜੀ ਸੈਂਟਰ ਵਿੱਚ ਕੇਂਦਰ ਦੀ ਸਰਕਾਰ ਹੈ ਉਹਨੇ ਆਪਣੀ ਦੂਸਰੀ ਪਾਰੀ ਦਾ 1 ਸਾਲ ਪੂਰਾ ਕਰ ਲਿਆ ਤੇ ਕਿਸ ਤਰ੍ਹਾਂ ਦੇਖਦੇ ਹੋ? ਉਹਨਾਂ ਨੂੰ ਕਰੋਨਾ ਦਾ ਸਾਹਮਣਾ ਵੀ ਕਰਨਾ ਪਿਆ ਤੇ ਦੂਸਰੀ ਪਾਰੀ ਦਾ 1 ਸਾਲ ਪੂਰਾ ਹੋਇਆ, ਕੀ ਲੱਗਦਾ ਤੁਹਾਨੂੰ? ਜੇ ਤਾਂ ਦੇਖੋ ਕਿਸੇ ਦੇ ਸਿਰ ਨੂੰ ਸੱਤਾਧਾਰੀ ਧਿਰ ਦਾ ਜਨੂਨ ਚੜਿਆ ਹੋਵੇ, ਬੰਦਾ ਕਹੇ ਜੀ ਨਹੀਂ ਅਸੀਂ ਤਾਂ ਭਾਜਪਾ ਦੇ ਨਾਲ ਹੀ ਆ, ਅਸੀਂ ਤਾਂ ਮੋਦੀ ਸਾਹਿਬ ਦੀ ਹਰ ਗੱਲ ਦੇ ਨਾਲ ਸਹਿਮਤ ਆ ਤੇ ਸਾਨੂੰ ਨਹੀਂ ਕੁਝ ਦਿਸਦਾ, ਤਾਂ ਮੈਨੂੰ ਐਂ ਲੱਗੂਗਾ ਵੀ ਜਿਵੇਂ ਕਿਸੇ ਨੇ ਖੋਪੇ ਲਾ ਲਏ ਹੁੰਦੇ ਆ ਤੇ ਉਹਨੂੰ ਮਸਲੇ ਦੀ ਸਮਝ ਨਹੀਂ ਹੈਗੀ ਤੇ ਉਹ ਅੱਗੋਂ ਇਹ ਸਮਝਦੇ ਆ ਵੀ ਭਾਈ ਜਿਹੜੇ ਸਾਡੀ ਆਲੋਚਨਾ ਕਰਦੇ ਆ ਸਮਝ ਤਾਂ ਉਹਨਾਂ ਨੂੰ ਹੈ ਨਹੀਂ ਗੀ। ਪਰ ਦੇਖੋ ਅੱਖਾਂ ਖੁੱਲੀਆਂ ਦੇ ਨਾਲ ਜੇ ਤੁਸੀਂ ਦੇਖਦੇ ਹੋ ਤਾਂ ਮਹਿਸੂਸ ਕਰਦੇ ਹੋ ਹਰ ਥਾਂ ਦੇ ਉੱਤੇ ਕੀ ਗਲਤੀ ਹੈ ਤੇ ਕੀ ਪ੍ਰਾਪਤੀ ਹੈ। ਹੁਣ ਕਰੋਨਾ ਮਹਾਮਾਰੀ ਇੱਕ ਬਹੁਤ ਵੱਡਾ ਸੰਕਟ ਸੀ। 6 ਸਾਲ ਹੋ ਗਏ ਮੋਦੀ ਸਰਕਾਰ ਨੂੰ, ਪੂਰੇ 5 ਪਹਿਲਾਂ ਤੇ 1 ਵਾਰਾ ਹੁਣ ਹੋ ਗਿਆ। ਇਸ ਕਰੋਨਾ ਮਹਾਮਾਰੀ ਦੇ ਵਿੱਚ ਅਸੀਂ ਕੀ ਪ੍ਰਾਪਤੀ ਹਾਸਲ ਕੀਤੀ ਆ, ਕਿੰਨਾ ਕੁ ਅਸੀਂ ਨੱਥ ਪਾ ਲਈ ਆ, ਇਹਦੇ ਬਾਬਤ ਦੱਸਣ ਤੇ ਪੁੱਛਣ ਦੀ ਕੁਝ ਲੋੜ ਹੈ ਨਹੀਂ। ਭਾਰਤ ਦੇ ਵਿੱਚ ਮੰਦਰਾਂ ਤੇ ਮਸਜਿਦਾਂ ਦੇ ਰੌਲੇ ਬਹੁਤ ਆ। ਭਾਰਤ ਦੇ ਵਿੱਚ ਸਰਕਾਰ ਦੇ ਵੱਲੋਂ ਮਨੁੱਖਤਾ ਦੀ ਗੱਲ ਕਿੰਨੀ ਕੀਤੀ ਗਈ ਹੈ, ਸੋਚਣਾ ਵਿਚਾਰਨਾ ਇਹ ਬਣਦਾ। ਮੈਂ ਉੱਤਰਾਖੰਡ ਦੇ ਲੋਕਾਂ ਦੇ ਉੱਤੇ ਹੈਰਾਨ ਸੀ ਪਿਛਲੇ ਦਿਨਾਂ ਦੇ ਵਿੱਚ, ਉੱਥੇ ਇਹ ਗੱਲ ਕਹੀ ਜਾਂਦੀ ਜੀ ਕਿ ਅਸੀਂ ਮੋਦੀ ਆਰਤੀ ਕਰ ਲਈ ਆ, ਹੁਣ ਅਸੀਂ ਮੋਦੀ ਸਾਹਿਬ ਦਾ ਮੰਦਿਰ ਵੀ ਬਣਾਉਣਾ, ਅਸੀਂ ਮੋਦੀ ਸਾਹਿਬ ਦੀ ਮੂਰਤੀ ਵੀ ਲਾਉਣੀ ਆ। ਜਨੂਨ ਇੱਕ ਪਾਸੇ, ਤਰਕ ਇੱਕ ਪਾਸੇ। ਮੈਨੂੰ ਦੁੱਖ ਹੁੰਦਾ ਇਸ ਗੱਲ ਦਾ। ਦੇਖੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਕਰਨਾ ਵੀ ਚਾਹੀਦਾ। ਮਨੁੱਖਤਾ ਪਹਿਲਾਂ, ਧਰਮ ਬਹੁਤ ਪਿੱਛੇ ਆ ਤੇ ਧਰਮ ਦੇ ਨਾਲ ਕੋਈ ਜੁੜਿਆ ਜਾਂ ਨਹੀਂ ਜੁੜਿਆ ਇਹ ਉਹਦੀ ਮਰਜ਼ੀ ਆ, ਇਹ ਅੰਦਰ ਦੀ ਗੱਲ ਹੈ। ਪਰ 1 ਸਾਲ ਦੇ ਵਿੱਚ, ਇਸ 1 ਸਾਲ ਦੇ ਵਿੱਚ ਮੋਦੀ ਸਾਹਿਬ ਦੀਆਂ ਪ੍ਰਾਪਤੀਆਂ ਇਹ ਆ ਵੀ ਆਪਾਂ ਬੜਕਾਂ ਬਹੁਤ ਮਾਰੀਆਂ, ਆਪਾਂ ਕੰਧਾਂ ਖੜੀਆਂ ਕਰਕੇ ਤੇ ਟਰੰਪ ਹੋਰਾਂ ਨੂੰ ਕਿਤੇ ਸਾਡਾ ਵਿਕਾਸ ਜਿਹੜਾ ਕਿ ਕੌਮਿਆਂ ਦੇ ਵਿੱਚ ਆ ਉਹ ਨਾ ਦਿਸ ਜੇ, ਇਹਦੀ ਕੋਸ਼ਿਸ਼ ਕੀਤੀ ਹੈ। ਕੋਈ ਇੱਕ ਵਰਗ, ਕੋਈ ਰਿਕਸ਼ਾ ਚਲਾਉਣ ਵਾਲਾ, ਕੋਈ ਪੈੜ ਦੇ ਉੱਤੇ ਖੜਨ ਵਾਲਾ, ਕੋਈ ਛੋਟੇ ਉਦਯੋਗ ਵਾਲਾ, ਜਾਂ ਕੋਈ ਵੀ ਕਿਸਾਨ, ਜਾਂ ਕੋਈ ਵੀ ਜਵਾਨ, ਜਾਂ ਕਿਸੇ ਵੀ ਸਿਹਤ ਖੇਤਰ ਦੇ ਵਿੱਚ ਤੁਸੀਂ ਜਾ ਕੇ ਇਹ ਬੰਦਾ ਗੱਲ ਕਹਿ ਦੇਵੇ ਵੀ ਭਾਈ ਮੈਂ ਸੁਧਾਰਨ ਵਾਲੀ ਚੀਜ਼ ਦੇਖੀ ਆ। ਕੱਲੀ ਮੋਦੀ ਸਰਕਾਰ ਦੀ ਗੱਲ ਨਹੀਂ ਆ, ਪਿਛਲੀ ਸਰਕਾਰ ਦੇ ਮੌਕੇ ਵੀ ਬਹੁਤ ਸਾਰੀਆਂ ਚੁਣੌਤੀਆਂ ਸੀ। GDP ਸਾਡੀ ਲਗਾਤਾਰ ਥੱਲੇ ਤੋਂ ਥੱਲੇ ਜਾ ਰਹੀ ਆ। ਇਸ ਵਕਤ ਸਾਡੇ ਕੋਲੇ ਪੂਰੇ ਹਾਲਾਤ ਹੈ ਨਹੀਂ ਕਿ ਵਧੀਆ ਲੜਨ ਦੇ ਲਈ ਕਰੋਨਾ ਮਹਾਮਾਰੀ ਦੇ ਨਾਲ। 1 ਸਾਲ ਪੂਰਾ ਹੋ ਗਿਆ, ਅਸੀਂ ਇਸ ਗੱਲ ਦੀ ਆਸ ਕਰਦੇ ਹਾਂ ਕਿਉਂਕਿ ਸਿਆਣਿਆਂ ਨੇ ਇਹ ਗੱਲ ਕਹੀ ਆ ਕਿ ਜਦ ਤੱਕ ਸਾਸ ਤਦ ਤੱਕ ਆਸ। ਬਿਲਕੁਲ। ਤੇ ਅਸੀਂ ਆਸ ਦਾ ਬੂਟਾ ਪੱਟਣਾ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਬਾਕੀ ਦੇਸ਼ਾਂ ਦੇ ਵਾਂਗ ਸਾਡਾ ਦੇਸ਼ ਵੀ ਹੋਵੇ। ਜੇ ਮੋਦੀ ਸਾਹਿਬ ਜਾਂ ਸਾਡੇ ਭਾਰਤ ਦੇ ਹੋਰ ਨੇਤਾ ਵੱਖ-ਵੱਖ ਦੁਨੀਆ ਦੇ ਹਿੱਸਿਆਂ ਦੇ ਵਿੱਚ ਜਾਂਦੇ ਆ,
ਉਥੋਂ ਕੁਝ ਨਾ ਕੁਝ ਤਾਂ ਪ੍ਰਭਾਵ ਲੈ ਕੇ ਆਉਂਦੇ ਹੀ ਹੋਣੇ ਆ। ਅਸੀਂ ਵੀ ਤਾਂ ਪ੍ਰਭਾਵ ਲੈ ਕੇ ਆਪਦੇ ਪਿੰਡ ਦੇ ਵਿੱਚ ਜਾਵਾਂਗੇ, ਅਸੀਂ ਵੀ ਗੱਲ ਕਵਾਂਗੇ ਜੀ ਜੇ ਕਿਤੇ ਸਾਡੇ ਪਿੰਡ 'ਚ ਇਉਂ ਹੋ ਜੇ ਤੇ ਕੋਸ਼ਿਸ਼ਾਂ ਵੀ ਕਰਨੀਆਂ ਚਾਹੀਦੀਆਂ। ਇਹ ਸਾਡੇ ਨੇਤਾ ਨੇ ਜਿਹੜੇ ਵੱਖ-ਵੱਖ ਥਾਵਾਂ ਤੇ ਜਾਂਦੇ ਵੀ ਆ, ਪਰ ਸਿੱਖ ਕੇ ਪਤਾ ਨਹੀਂ ਕਿਉਂ ਨਹੀਂ ਆਉਂਦੇ ਕਿ ਵੀ ਅਸੀਂ ਉਹਨਾਂ ਵਰਗਾ ਸਾਡਾ ਭਾਰਤ ਵੀ ਬਣ ਜੇ। ਦੁੱਖ ਹੁੰਦਾ ਇਸ ਗੱਲ ਦਾ। ਸੋ ਮੋਦੀ ਸਰਕਾਰ ਦਾ 1 ਸਾਲ ਦਾ ਜਿਹੜਾ ਕਾਰਜਕਾਲ ਆ, ਇਹ ਜਿਹੜੇ ਜਨੂਨੀ ਆ ਉਹਨਾਂ ਨੂੰ ਬਹੁਤ ਚੰਗਾ ਲੱਗਾ, ਪਰ ਜਿਹੜੇ ਤਰਕ ਦੇ ਨਾਲ ਗੱਲ ਕਰਨ ਵਾਲੇ ਆ ਉਹਨਾਂ ਨੂੰ ਭਾਵੇਂ ਤੁਸੀਂ ਇਹ ਗੱਲ ਕਹਿ ਦਿਓ ਵੱਖਰੀ ਪਾਰਟੀ ਦੇ ਆ, ਭਾਵੇਂ ਕਹਿ ਦਿਓ ਆਏ ਆ, ਭਾਵੇਂ ਦੇਸ਼ ਧਰੋਹੀ ਕਹਿ ਦਿਓ, ਪਰ ਸੱਚੀ ਗੱਲ ਇਹ ਆ ਵੀ ਤਲੀ ਤੇ ਸਰੋਂ ਜਮਾਈ ਨਹੀਂ ਗਈ। ਬਿਲਕੁਲ। ਤੇ ਇਸ ਦੇ ਨਾਲ ਹੀ ਭਾਰਤ ਵਿੱਚ ਜੇ ਇਸ ਟਾਈਮ ਦੇਖੀਏ ਤਾਂ ਭਾਰਤ ਔਰ ਚੀਨ ਦੀਆਂ ਫੌਜਾਂ ਜਿਹੜੀਆਂ ਉਹ ਵੀ ਕਾਫੀ ਤਣਾਅ ਆਮੋ ਸਾਹਮਣੇ ਆ, ਤੇ ਉਹ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? 1 ਸਾਲ ਆ ਸਰਕਾਰ ਦਾ ਨਿਕਲਿਆ ਤੇ ਸਰਕਾਰ ਦੇ 4 ਸਾਲ ਉਹ ਵੀ ਪਏ ਆ, ਤੇ ਦੂਜੇ ਪਾਸੇ ਇਹ ਸਥਿਤੀ ਵੀ ਸਾਹਮਣੇ ਆ ਰਹੀ ਹੈ ਚੀਨ ਦੇ ਆਮੋ ਸਾਹਮਣੇ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ 2017 ਦੇ ਵਿੱਚ ਵੀ ਡੋਕਲਾਮ ਖੇਤਰ ਦੇ ਵਿੱਚ ਇਹੋ ਜਿਹਾ ਤਣਾਅ ਬਣਿਆ ਸੀ, ਹੁਣ ਲੱਦਾਖ ਖੇਤਰ ਦੇ ਵਿੱਚ ਇਹ ਫਿਰ ਇਹੋ ਜਿਹਾ ਹਾਲ ਬਣਿਆ। ਦੋਵਾਂ ਦੇਸ਼ਾਂ ਦੇ ਜਿਹੜੇ ਫੌਜੀ ਨੇ, ਸੈਨਿਕ ਨੇ, ਉਹਨਾਂ ਦੀਆਂ ਆਪਸ ਦੇ ਵਿੱਚ ਕਈ ਵਾਰ ਨਿੱਜੀ ਝੜਪਾਂ ਵੀ ਹੋਈਆਂ। ਉਸ ਤੋਂ ਬਾਅਦ ਚੀਨ ਨੇ ਆਪਣੀ ਫੌਜ ਨੂੰ ਤਾਇਨਾਤ ਕੀਤਾ, ਇੱਧਰੋਂ ਭਾਰਤ ਨੇ ਵੀ ਤਿਆਰੀ ਕੀਤੀ। ਪਰ ਇੱਕ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਆ, ਜੰਗਾਂ ਕਿਸੇ ਵੀ ਦੇਸ਼ ਨੇ ਲੜੀਆਂ, ਮਸਲੇ ਦਾ ਹੱਲ ਨਹੀਂ ਨਿਕਲਿਆ, ਮਾਵਾਂ ਦੇ ਪੁੱਤ ਮਰੇ ਆ, ਅਸੀਂ ਕਈ ਦਹਾਕੇ ਪਿੱਛੇ ਗਏ ਆ, ਕੋਈ ਵੀ ਦੇਸ਼ ਹੋਵੇ। ਸੋ ਇਸ ਵਕਤ ਜੰਗ ਦੀ ਲੋੜ ਨਹੀਂ, ਇਸ ਵਕਤ ਅਮਨ ਪਿਆਰ ਦੀ ਜ਼ਰੂਰਤ ਹੈ। ਪਰ ਲੱਗਦਾ ਕਿ ਵਿਚਕਾਰਲਾ ਰਾਹ ਨਿਕਲੇ ਹੋਣਾ। ਪਿਛਲੇ ਦਿਨੀ ਡੋਨਾਲਡ ਟਰੰਪ ਹੋਰਾਂ ਨੇ ਗੱਲ ਕਹੀ ਵੀ ਵਿਚੋਲਾ ਮੈਂ ਬਣ ਜਾਣਾ ਤੇ ਦੋਵਾਂ ਦੇਸ਼ਾਂ ਦਾ ਮਸਲਾ ਹੱਲ ਕਰਵਾ ਦਿੰਦੇ ਆ। ਉਦੋਂ ਇਉਂ ਲੱਗਾ ਭਾਜਪਾ ਦੇ ਕੁਝ ਨੇਤਾਵਾਂ ਨੇ ਇਹ ਗੱਲ ਕਹੀ ਕਿ ਨਹੀਂ, ਸਾਨੂੰ ਇਸ ਤਰ੍ਹਾਂ ਦੀ ਵਿਚੋਲਗੀ ਦੀ ਲੋੜ ਨਹੀਂ, ਕਿਉਂਕਿ ਮੰਨਿਆ ਇਹ ਜਾ ਰਿਹਾ ਵੀ ਚੀਨ ਨੂੰ ਠਿੱਬੀ ਲਾਉਣ ਦੇ ਲਈ ਅਮਰੀਕਾ ਭਾਰਤ ਦੀ ਮਦਦ ਕਰਦਾ ਹੋ ਸਕਦਾ ਹੈ, ਕਿਉਂਕਿ ਚੀਨ ਦੇ ਨਾਲ ਇਟਖੜਕਾ ਜਿਸ ਤਰੀਕੇ ਦਾ ਚੱਲ ਰਿਹਾ ਆਪਾਂ ਜਾਣਦੇ ਹਾਂ। ਸੋ ਗੱਲ ਕੁੱਲ ਮਿਲਾ ਕੇ 100 ਹੱਥ ਰੱਸਾ ਸਿਰੇ ਤੇ ਗੰਢ ਇਹ ਹੈ ਬਈ ਨਾ ਲੜਾਈ ਲੱਗੇ, ਨਾ ਜੰਗ ਲੱਗੇ, ਨਾ ਨੁਕਸਾਨ ਹੋਵੇ। ਅਸੀਂ ਕਰੋਨਾ ਦੇ ਕਰਕੇ ਬਹੁਤ ਵੱਡਾ ਨੁਕਸਾਨ ਚੱਲ ਰਿਹਾ, ਆਰਥਿਕ ਤੌਰ ਦੇ ਉੱਤੇ ਭਾਰਤ ਨੇ ਹੁਣ ਤੱਕ ਬਹੁਤ ਸਾਰਾ ਨੁਕਸਾਨ ਝੱਲਿਆ। ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਹੋਰ ਵੀ ਚੁਣੌਤੀਆਂ ਹੈਗੀਆਂ, ਪਰ ਗੱਲ ਇਹ ਹੈ ਵੀ ਉਧਰਲੇ ਪਾਸਿਓਂ ਵੀ ਇਹ ਗੱਲ ਸਮਝੀ ਜਾਵੇ ਤੇ ਫਿਰ ਦੋਵਾਂ ਦੇਸ਼ਾਂ ਦੇ ਵਿੱਚ ਜੇਕਰ ਪਿਆਰ ਮੁਹੱਬਤ ਰਵੇ, ਸਾਰੇ ਦੇਸ਼ਾਂ ਦੇ ਵਿੱਚ ਪਿਆਰ ਮੁਹੱਬਤ ਰਵੇ, ਉਹਦੇ ਵਰਗੀ ਰੀਸ ਕੋਈ ਨਹੀਂ। ਬਿਲਕੁਲ। ਤੇ ਉਮੀਦ ਕਰਦੇ ਹਾਂ ਕਿ ਪਿਆਰ ਮੁਹੱਬਤ ਨਾਲ ਜੇ ਮਸਲਾ ਹੱਲ ਹੁੰਦਾ ਤਾਂ ਚੰਗਾ ਹੋਵੇਗਾ। ਜੇ ਹੁਣ ਕਰੋਨਾ ਵਿਰੁੱਧ ਲੜੀ ਜਾ ਰਹੀ ਜੰਗ ਦੀ ਗੱਲ ਕਰੀਏ, ਜਿੱਥੇ ਭਾਰਤ ਵਿੱਚ ਅੰਕੜਾ ਲਗਾਤਾਰ ਵੱਧ ਰਿਹਾ ਹੈ, ਤੇ ਆਪਾਂ ਦੇਖੀਏ ਤਾਂ ਸਾਡਾ ਪੰਜਾਬ ਸੂਬਾ ਪਿਆਰ ਹੈ ਸਾਨੂੰ ਉਹਦੇ ਨਾਲ, ਤੇ ਉਹਦਾ ਅੰਕੜਾ ਵੀ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ, ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਗੱਲ ਇਹ ਹੈ ਸਮਝਣ ਵਾਲੀ ਕਿ ਜਦੋਂ ਭਾਰਤ ਦੇ ਵਿੱਚ ਕੁਝ ਕੁ ਸੈਂਕੜੇ ਜਾਂ ਕੁਝ ਕੁ ਹਜ਼ਾਰ ਕੇਸ ਸੀ, ਉਦੋਂ ਤਾਲਾਬੰਦੀ ਕਰਤੀ। ਹੁਣ ਭਾਰਤ ਦੇ ਵਿੱਚ ਹਰ ਰੋਜ਼ 7500, 8500, 7000, 6500 ਨਵੇਂ ਕੇਸ ਆ ਰਹੇ ਆ। 2 ਲੱਖ ਦੇ ਨੇੜੇ ਅਸੀਂ ਪਹੁੰਚ ਗਏ ਹਾਂ ਕਰੋਨਾ ਦੇ ਮਾਮਲੇ ਦੇ ਵਿੱਚ, ਤੇ ਹਾਲੇ ਅਸੀਂ ਇਹ ਗੱਲ ਕਹਿੰਦੇ ਆ ਜੀ ਕਿ ਹੁਣ ਅਸੀਂ ਕਰੋਨਾ ਦੇ ਉੱਤੇ ਠੱਲ ਪਾ ਲਈਏ, ਇਹ ਗੱਲ ਜੱਚਦੀ ਨਹੀਂ, ਸਾਡੇ ਮੂੰਹ ਫੱਬਦੀ ਨਹੀਂ। ਜਾਂ ਤਾਂ ਫਿਰ ਅਸੀਂ ਸੱਚੀ ਮੁੱਚੀ ਕਾਬੂ ਕਰਕੇ ਦਿਖਾਈਏ, ਉਹ ਸਾਡੇ ਹੱਲ ਦੀ ਘੜੀ ਵੱਸ ਦੀ ਗੱਲ ਹੈ ਨਹੀਂ। ਉਹਦੇ ਲਈ ਇਕੱਲੀ ਸਰਕਾਰ ਨਹੀਂ ਜ਼ਿੰਮੇਵਾਰ, ਉਹਦੇ ਲਈ ਅਸੀਂ ਵੀ ਜ਼ਿੰਮੇਵਾਰ ਆ, ਸਾਰੇ ਬਰਾਬਰ ਦੇ ਕਸੂਰਵਾਰ ਆ। ਪਰ ਕੋਈ ਆਪਣੀ ਗਲਤੀ ਨਹੀਂ ਮੰਨਦਾ। ਦੁੱਖ ਦੀ ਗੱਲ ਇਹ ਆ, ਮੈਂ ਨਹੀਂ ਮੰਨਦਾ ਕਿ ਮੇਰੀ ਗਲਤੀ ਹੈ, ਸਰਕਾਰ ਨਹੀਂ ਮੰਨਦੀ ਵੀ ਸਾਡੀ ਗਲਤੀ ਆ। ਜਿਸ ਦਿਨ ਦੋਵੇਂ ਧਿਰਾਂ ਗਲਤੀ ਮੰਨਣਗੀਆਂ, ਮਸਲੇ ਦਾ ਹੱਲ ਤਾਂ ਹੋਊਗਾ, ਨਹੀਂ ਤਾਂ ਨਹੀਂ ਹੋਣਾ। ਹੁਣ ਪਹਿਲਾਂ ਤਾਂ ਚੌਥੇ ਭਾਗ ਤੱਕ ਯਾਨੀ ਕਿ ਲੋਕਡਾਊਨ ਪਾਰਟ 4 ਜਿਹੜਾ ਇੱਥੋਂ ਤੱਕ ਪਹੁੰਚ ਗਏ। ਹੁਣ ਉਹਨਾਂ ਨੇ ਕਹਿਤਾ ਜੀ ਕਿ ਤਾਲਾਬੰਦੀ ਮੁਕਤ, ਯਾਨੀ ਕਿ ਹੁਣ ਅਸੀਂ ਤਾਲੇ ਖੋਲ੍ਹਣ ਲੱਗੇ ਆ, ਉਹਦਾ ਪਹਿਲਾ ਪੜਾਅ ਸ਼ੁਰੂ ਕਰਤਾ। ਤੇ ਹੁਣ ਕਹਿੰਦੇ ਵੀ ਅਨਲੌਕ ਇੰਡੀਆ ਜਿਹੜਾ, ਉਹਨੂੰ ਅਸੀਂ ਪਹਿਲੇ ਪੜਾਅ ਦੇ ਉੱਤੇ ਆ ਗਏ ਆ, ਤੇ ਉਹਦੇ ਵਿੱਚ 8 ਜੂਨ ਤੋਂ ਰੈਸਟੋਰੈਂਟ, ਬਾਰ, ਧਾਰਮਿਕ ਸਥਾਨ ਤੇ ਕਈ ਹੋਰ ਅਦਾਰੇ ਖੁੱਲ੍ਹ ਜਾਣੇ ਆ। ਪਰ ਇਹ ਅਨਲੌਕ ਦੇ ਤੀਜੇ ਪੜਾਅ ਦੇ ਵਿੱਚ ਇਹ ਜਿਹੜੀਆਂ ਇੰਟਰਨੈਸ਼ਨਲ ਫਲਾਈਟ ਆ ਉਹ ਸ਼ੁਰੂ ਹੋਣਗੀਆਂ। ਸੋਚਣਾ ਵਿਚਾਰਨਾ ਇਹ ਬਣਦਾ ਕਿ ਭਾਰਤ ਦੇ ਵਿੱਚ ਇਸ ਵਕਤ ਜਦੋਂ ਲੋਕ ਵੀ ਇਹਤਿਆਤ ਨਹੀਂ ਵਰਤਦੇ, ਤੁਸੀਂ ਇੱਥੇ ਲੰਗਰ ਲਾ ਲਓ, ਲੋਕ ਇੱਕ ਦੂਜੇ ਦੇ ਉੱਤੇ ਡਿੱਗਦੇ ਆ। ਇਹ ਨਹੀਂ ਮੈਂ ਕਹਿੰਦਾ ਵੀ ਭਾਈ ਉਹਨਾਂ ਦੇ ਵਿੱਚ ਕਈ ਲੋੜਵੰਦ ਵੀ ਹੁੰਦੇ ਆ ਤੇ ਕਈਆਂ ਨੂੰ ਸੱਭਿਅਕ ਹੈ ਨਹੀਂ ਗਏ, ਤੇ ਲੋਕ ਆ ਜਿਹੜੇ ਉਹ ਭੁੱਖ ਬਹੁਤ ਵਿਖਾਉਂਦੇ ਆ। ਕਈ ਲੋਕ ਰੱਜੇ ਪੁੱਜੇ ਜਿਹੜੇ ਉਹ ਵੀ ਉੱਥੇ ਆ ਕੇ ਮੈਂ ਹੱਦ ਹੋ ਜਾਂਦੀ ਆ ਵੀ ਭਾਈ ਇਹ ਕਰੀ ਕੀ ਜਾਂਦੇ ਆ। ਦੇਖੋ ਜ਼ਿੰਦਗੀ ਨਾਲੋਂ ਤਾਂ ਪਿਆਰੀ ਕੋਈ ਚੀਜ਼ ਨਹੀਂ ਗੀ। ਤੁਸੀਂ ਦੁਕਾਨ ਦੇ ਵਿੱਚ ਵੜ ਜਾਓ, ਉੱਥੇ ਲੋਕ ਕਿਵੇਂ ਵਿਹਾਰ ਕਰਦੇ ਆ। ਤੁਸੀਂ ਇਸ ਵਕਤ ਬੱਸ ਅੱਡੇ ਚਲੇ ਜਾਓ, ਉੱਥੇ ਕਿਵੇਂ ਕਰਦੇ ਆ। ਸੜਕ ਦੇ ਉੱਤੇ ਵੇਖ ਲਓ, ਉੱਥੇ ਕਿਵੇਂ ਕਰਦੇ ਆ। ਬੱਸਾਂ ਦੇ ਵਿੱਚ ਵੀ ਲੋਕ ਜੁੜ ਜੁੜ ਕੇ ਬਹਿਣ ਲੱਗ ਪਏ ਆ। ਇਹ ਗੱਲ ਸੋਚਣੀ ਵਿਚਾਰਨੀ ਬਣਦੀ ਆ ਕਿ ਭਾਰਤ ਦੀ ਸਰਕਾਰ ਤੇ ਸੂਬਿਆਂ ਦੀਆਂ ਸਰਕਾਰਾਂ ਦੇ ਹੱਥ ਖੜੇ ਆ। ਅਸੀਂ ਆਪ ਬਚਣਾ, ਸਾਡੇ ਟੱਬਰ ਦੀ ਜ਼ਿੰਦਗੀ ਕੀਮਤੀ ਆ, ਅਸੀਂ ਆਪਣੇ ਆਲੇ ਦੁਆਲੇ ਨੂੰ ਬਚਾ ਕੇ ਰੱਖਣਾ। ਜਿਸ ਦਿਨ ਭਾਰਤ ਦੇ ਲੋਕ ਸਮੇਤ, ਪੰਜਾਬ ਦੇ ਲੋਕ ਸਮੇਤ ਮੇਰੇ ਇਹ ਸਮਝਣ ਲੱਗ ਪਏ ਵੀ ਸਰਕਾਰਾਂ ਤਾਂ ਗਲਤ ਹੈਗੀਆਂ ਹੀ ਆ, ਮੈਂ ਵੀ ਗਲਤ ਆ। ਵੋਟ ਪਾਉਣ ਤੋਂ ਲੈ ਕੇ ਅੱਜ ਤੱਕ ਹਰ ਥਾਂ ਤੇ ਜ਼ਿੰਮੇਵਾਰੀ ਨਿਭਾਉਣ ਦੇ ਮੌਕੇ ਮੈਂ ਵੀ ਗਲਤੀ ਕੀਤੀ ਆ, ਤੇ ਉਸ ਦਿਨ ਮਸਲੇ ਹੱਲ ਹੋਣਗੇ। ਨਹੀਂ ਤਾਂ ਭਾਰਤ ਦੇ ਵਿੱਚ ਜਿਸ ਤਰੀਕੇ ਦੀ ਮਹਾਮਾਰੀ ਫੈਲ ਰਹੀ ਹੈ ਨਾ, ਇਹ ਬੜਾ ਵੱਡਾ ਸੰਕਟ ਆ। ਪਿਛਲੇ ਦਿਨੀ WHO ਦੇ ਇੱਕ ਅਧਿਕਾਰੀ ਨੇ, ਮਾਈਕ ਰਿਆਨ,
ਉਹਨਾਂ ਨੇ ਕਿਹਾ ਸੀ ਇਹ ਫਿਲਮ ਦਾ ਟ੍ਰੇਲਰ ਆ, ਬਿਲਕੁਲ ਭਾਰਤ ਦੇ ਵਿੱਚ ਫਿਲਮ ਚੱਲਣੀ ਹਾਲੇ ਬਾਕੀ ਆ, ਭਾਰਤ ਦੇ ਵਿੱਚ ਕੇਸਾਂ ਦੀ ਗਿਣਤੀ ਬਹੁਤ ਵੱਡੀ ਹੋ ਜਾਣੀ ਆ, ਤੇ ਇਹ ਕਹਿੰਦੇ ਵੀ ਕਈ ਮਹੀਨੇ ਤੱਕ ਕਰੋਨਾ ਦੀ ਮਹਾਮਾਰੀ ਵਿੱਚ ਸਾਡੇ ਫਿਰਦੀ ਰਹਿਣੀ ਆ। ਸੋ ਬਚਾਅ ਦੇ ਵਿੱਚ ਬਚਾਅ, ਜੇ ਸਮਝਾਂਗੇ ਤਾਂ ਬਚਾਂਗੇ। ਬਿਲਕੁਲ। ਤੇ ਜਿੱਥੇ ਕਰੋਨਾ ਮਹਾਮਾਰੀ ਨਾਲ ਗਿਣਤੀ ਵੱਧ ਰਹੀ ਆ, ਉੱਥੇ ਹੀ ਵੱਖ-ਵੱਖ ਥਾਵਾਂ ਤੇ ਜਿਹੜੇ ਲੰਗਰ ਵਗੈਰਾ ਉਹ ਵੀ ਲੋੜਵੰਦਾਂ ਦੀ ਮਦਦ ਲਈ ਲਗਾਏ ਜਾ ਰਹੇ ਤੇ ਲਾਉਣੇ ਵੀ ਚਾਹੀਦੇ ਆ। ਲੰਗਰ ਆ ਜਿਹੜਾ ਉਹ ਸਾਡੇ ਕਿਸ ਤਰੀਕੇ ਨਾਲ ਅਸੀਂ ਮਨੁੱਖਤਾ ਦੀ ਸੇਵਾ ਕਰਦੇ ਆ, ਗੁਰੂ ਸਾਹਿਬਾਨ ਦੇ ਵੱਲੋਂ ਦਰਸਾਏ ਗਏ ਮਾਰਗ ਦੇ ਉੱਤੇ ਜਦੋਂ ਅਸੀਂ ਚੱਲਦੇ ਆ, ਉਹਦੀ ਗੱਲ ਹੀ ਵੱਖਰੀ ਆ, ਉਹ ਤਾਂ ਲਾਉਣਾ ਚਾਹੀਦਾ। ਪਰ ਗੱਲ ਇਹ ਆ ਵੀ ਜਦੋਂ ਅਸੀਂ ਲੰਗਰ ਲਾਉਨੇ ਆ ਉਦੋਂ ਵੀ ਜਿਹੜਾ ਉਹ ਇਹਤਿਆਤ ਵਰਤਣਾ ਚਾਹੀਦਾ, ਤੇ ਜਿਹੜੇ ਲੰਗਰ ਛਕਣ ਵਾਲੇ ਆ ਉਹਨਾਂ ਨੂੰ ਵੀ ਮੀਟਰ ਦੀ ਦੂਰੀ ਰੱਖਣੀ ਚਾਹੀਦੀ ਹੈ। ਇਹ ਤਾਂ ਗੱਲ ਸਾਡੀ ਸਿਹਤ ਦੇ ਲਈ ਹੈ, ਪਰ ਜੇਕਰ ਇਹ ਗੱਲ ਮੰਨੀ ਜਾਵੇ ਤਾਂ ਬਿਲਕੁਲ। ਤੇ ਮੈਂ ਇੱਥੇ ਨਾਲ ਦੀ ਨਾਲ ਇਹ ਵੀ ਦੱਸਦਾ ਜਾਵਾਂ ਕਿ ਨਿਊਜ਼ੀਲੈਂਡ ਜਿਵੇਂ ਕਰੋਨਾ ਮੁਕਤ ਹੋਣ ਦੇ ਕੰਢੇ ਤੇ ਹੈ, ਤੇ ਨਿਊਜ਼ੀਲੈਂਡ ਅਲਰਟ ਲੈਵਲ 2 ਤੇ ਆ ਗਿਆ, ਤੇ ਇਹਦੇ ਵਿੱਚ ਕਾਫੀ ਥਾਵਾਂ ਜਿਹੜੀਆਂ ਉੱਥੇ 100 ਦੀ ਗੈਦਰਿੰਗ ਲਈ ਖੋਲ੍ਹ ਦਿੱਤੀਆਂ ਗਈਆਂ। ਤੇ ਭਾਵੇਂ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਆਪਸ ਵਿੱਚ ਜਿਹੜਾ ਸੋਸ਼ਲ ਡਿਸਟੈਂਸ ਆ ਉਹਨੂੰ ਵੱਧ ਤੋਂ ਵੱਧ ਰੱਖੋ। ਹੁਣ ਮੈਂ ਇਹਦੇ ਵਿੱਚ ਇੱਕ ਨਿੱਕੀ ਜਿਹੀ ਗੱਲ ਦਰਜ ਕਰਨੀ ਚਾਹੁੰਦਾ। ਅੱਜ ਸਵੇਰ ਤੋਂ ਅਸੀਂ ਘੱਟੋ ਘੱਟ 35-40 ਸੱਜਣਾ ਦੇ ਮੂੰਹੋਂ, ਭੈਣਾਂ ਵੀਰਾਂ ਦੇ ਮੂੰਹੋਂ ਇਹ ਗੱਲ ਸੁਣੀ ਆ ਬਈ ਗੁਰਦੁਆਰੇ ਦੇ ਵਿੱਚ ਹੁਣ 100 ਬੰਦਾ ਜਾ ਸਕਦਾ। ਬਿਲਕੁਲ ਨਹੀਂ ਭੈਣੇ, ਗੁਰਦੁਆਰੇ ਦੇ ਵਿੱਚ 100 ਬੰਦਾ ਜਾ ਸਕਦਾ। ਬਾਈ ਜੀ ਪਤਾ ਲੱਗਾ ਵੀ ਗੁਰਦੁਆਰੇ 'ਚ ਹੁਣ 100 ਬੰਦਾ ਜਾ ਸਕਦਾ। ਹਰ ਥਾਂ ਦੇ ਉੱਤੇ ਬੰਦੇ ਦੇ ਵੱਲੋਂ ਗੱਲ ਕੀਤੀ ਜਾ ਰਹੀ ਹੈ। ਹੁਣ ਇੱਥੇ ਚਲੋ 100 ਦੀ ਥਾਂ ਦੇ ਉੱਤੇ ਹੋ ਸਕਦਾ ਵੀ ਕਿਸੇ ਥਾਂ ਤੇ 110 ਬੰਦੇ ਵੀ ਹੋ ਜਾਣ, ਇਹ ਵੀ ਹੋ ਸਕਦਾ ਕਿਤੇ 125 ਵੀ ਹੋ ਜੇ, ਪਰ 500 ਤਾਂ ਨਹੀਂ ਹੋਊਗਾ ਨਾ, 200 ਤਾਂ ਨਹੀਂ ਹੋਊਗਾ। ਸਾਡੇ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਇਹੋ ਜਿਹੀ ਗੱਲ ਛਿੜਦੀ ਨਹੀਂ। ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਗਾ, ਜਾਂ ਅਸੀਂ ਜਾਣਨਾ ਨਹੀਂ ਚਾਹੁੰਦੇ, ਅਸੀਂ ਅਣਗਹਿਲੀ ਵਰਤਦੇ ਹਾਂ ਵੀ ਆਹ ਨਿਯਮ ਆ, ਹੁਣ ਮਾਸਕ ਪਹਿਨ ਕੇ ਬਾਹਰ ਨਿਕਲਣਾ ਜ਼ਰੂਰੀ ਆ, 500 ਰੁਪਈਆ ਜੁਰਮਾਨਾ ਹੋਊਗਾ। ਪਰ ਲੋਕ ਨਹੀਂ ਪਰਵਾਹ ਕਰਦੇ। ਲੋਕ ਕਹਿ ਦਿੰਦੇ ਵੀ ਸਾਨੂੰ ਪੁਲਿਸ ਵਾਲੇ ਜਾਣਦੇ ਆ, ਪਰ ਕਰੋਨਾ ਤਾਂ ਫੁੱਫੜ ਦੀ ਨਾ ਲੱਗਦਾ, ਕਰੋਨਾ ਤਾਂ ਨਹੀਂ ਜਾਣਦਾਗਾ। ਕਰੋਨਾ ਨੇ ਨਹੀਂ ਵੇਖਣਾਗਾ ਵੀ ਭਾਈ ਤੁਸੀਂ ਕੌਣ ਹੋ। ਸੋ ਜੇਕਰ ਅਸੀਂ ਇੱਥੇ ਨਾ ਥੁੱਕਾਂਗੇ, ਜਿਵੇਂ ਹੁਣ ਥੁੱਕਣ ਦੇ ਉੱਤੇ ਵੀ ਜੁਰਮਾਨਾ ਕੀਤਾ ਗਿਆ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਾਂਗੇ ਤਾਂ ਵੀ ਉੱਥੇ ਜੁਰਮਾਨਾ ਹੋਊਗਾ। ਸੋ ਅਸੀਂ ਜੁਰਮਾਨਿਆਂ ਤੋਂ ਨਾ ਡਰਗੇ, ਅਸੀਂ ਡਰਗੇ ਇਸ ਗੱਲ ਤੋਂ ਕਿ ਸਾਡੀ ਜ਼ਿੰਦਗੀ ਕਿੰਨੀ ਕੀਮਤੀ ਆ ਤੇ ਅਸੀਂ ਆਪਦੇ ਟੱਬਰ ਲਈ ਕਿੰਨੇ ਕੀਮਤੀ ਆ। ਬਿਲਕੁਲ। ਤੇ ਮੈਂ ਇੱਥੇ ਗੱਲ ਕਰਦਾ ਸੀ ਕਿ ਜਿਵੇਂ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਜਾ ਰਹੇ ਆ, ਤੇ ਆਪਣੇ ਅਦਾਕਾਰ ਹੈ ਜਿਹੜੇ ਉਹ ਵੀ ਇਹਦੇ ਵਿੱਚ ਸਾਹਮਣੇ ਆ ਰਹੇ ਆ। ਕੋਈ ਕਿਸੇ ਨੂੰ ਲੰਗਰਾਂ ਦਾ ਰਾਸ਼ਨ ਦੇ ਰਿਹਾ, ਜਾਂ ਕੋਈ ਜਿਵੇਂ ਲੋੜਵੰਦ ਆ, ਕਿਸੇ ਨੇ ਪ੍ਰਵਾਸੀ ਆ ਦੂਰ ਜਾਣਾ, ਉਹਨਾਂ ਦੀ ਸਹਾਇਤਾ ਕਰ ਰਿਹਾ। ਤੇ ਇਹਦੇ ਵਿੱਚ ਇਸ ਟਾਈਮ ਜੋ ਕੁਝ ਵੀਡੀਓ ਅਸੀਂ ਦੇਖੀਆਂ ਸਾਹਮਣੇ ਆਈਆਂ, ਉਹਨਾਂ ਵਿੱਚ ਸੋਨੂ ਸੂਦ ਅਦਾਕਾਰ, ਤੇ ਉਹ ਤੇ ਇੱਕ ਮਸ਼ਹੂਰ ਸ਼ੈਫ ਹੈ ਵਿਕਾਸ ਖੰਨਾ, ਤੇ ਉਹਨਾਂ ਨੇ ਤਕਰੀਬਨ ਜਿਹੜੇ ਵਿਕਾਸ ਖੰਨਾ ਉਹਨਾਂ ਨੇ 7 ਮਿਲੀਅਨ ਲੋਕਾਂ ਨੂੰ ਹੁਣ ਤੱਕ ਜਿਹੜਾ ਰਾਸ਼ਨ ਲੰਗਰ ਹੈ ਉਹ ਬਣਾ ਕੇ ਦਿੱਤਾ। ਤੇ ਸੋਨੂ ਸੂਦ ਨੇ ਲੋੜਵੰਦਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਕਾਫੀ ਸਹਾਇਤਾ ਕੀਤੀ ਹੈ, ਮਦਦ ਕੀਤੀ ਹੈ। ਤੇ ਪਰ ਸਾਡੇ ਕੁਝ ਅਦਾਕਾਰ ਜਿਹੜੇ MP ਵੀ ਹੈ, ਮੈਂਬਰ ਪਾਰਲੀਮੈਂਟ ਹੈ, ਉਹਨਾਂ ਦੇ ਪੋਸਟਰ ਵੀ ਲੱਗੇ ਆ ਕਿ ਉਹ ਸਾਹਮਣੇ ਨਹੀਂ ਆਏ। ਤੇ ਮੈਨੂੰ ਲੱਗਦਾ ਵੀ MP ਦਾ ਜਿਹੜਾ ਫਰਜ਼ ਹੈ ਅਸਲੀ, ਉਹ ਸੋਨੂ ਸੂਦ ਅਦਾ ਕਰ ਰਹੇ ਆ। ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ, ਮੈਂ ਤੁਹਾਡੀ ਗੱਲ ਦੇ ਨਾਲ 100% ਸਹਿਮਤ ਹਾਂ। ਜਿਹੜੇ ਬੰਦੇ ਨੇ ਐਕਟਿੰਗ ਕਰਨੀ ਆ, ਸੋਨੂ ਸੂਦ ਵਰਗੇ ਜਿਹੜੇ ਐਕਟਰ ਆ, ਉਹ ਤਾਂ ਲੋਕ ਸੇਵਾ ਕਰ ਰਹੇ ਆ। ਬਿਲਕੁਲ। ਜਿਨ੍ਹਾਂ ਨੂੰ ਵੋਟਾਂ ਪਾਈਆਂ ਸੇਵਾ ਕਰਨ ਦੇ ਲਈ, ਉਹ ਇਸ ਵਕਤ ਐਕਟਿੰਗ ਕਰ ਰਹੇ ਆ ਵੀ ਅਸੀਂ ਬਹੁਤ ਕੁਝ ਕਰਦਾ। ਸੋਨੂ ਸੂਦ ਤੇ ਵਿਕਾਸ ਖੰਨਾ ਨੇ ਬਹੁਤ ਮਹੱਤਵਪੂਰਨ ਕੰਮ ਕੀਤਾ। ਵਿਕਾਸ ਹੋਰਾਂ ਨੇ ਜਿਵੇਂ ਤੁਸੀਂ ਦੱਸਿਆ ਹੀ ਆ ਵੀ 7 ਮਿਲੀਅਨ ਦੇ ਕਰੀਬ ਲੋਕਾਂ ਤੱਕ ਰੋਟੀ ਟੁੱਕ ਪਹੁੰਚਾਇਆ। ਇਹੋ ਜਿਹੇ ਸ਼ੈਫ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਪਰ ਜਿਹੜਾ ਸੋਨੂ ਸੂਦ ਆ, ਉਹ ਮੋਗੇ ਦਾ ਜੰਮਿਆ ਜਾਇਆ ਮੁੰਡਾ, ਜਿਹੜਾ ਜੋ ਉਹਨੇ ਕਮਾਲ ਕੀਤੀ ਹੈ, ਉਹਦੀ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਆ। ਇੰਟਰਨੈਸ਼ਨਲ ਮੀਡੀਆ ਦੇ ਵਿੱਚ ਉਹਦੀ ਬਾਤ ਛਿੜੀ ਆ। ਸੋਨੂ ਸੂਦ ਫਿਲਮਾਂ ਦੇ ਵਿੱਚ ਬੇਸ਼ੱਕ ਖਲਨਾਇਕ ਦਿਸਦਾ ਹੋਵੇ ਕਈਆਂ 'ਚ, ਪਰ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਨਾਇਕ ਹੋ ਨਿਬੜਿਆ। ਆਪਣੇ ਆਲੇ ਦੁਆਲੇ ਦੇ ਵੱਲ ਝਾਤ ਮਾਰ ਲਓ, ਤੁਹਾਡੇ ਵੀ ਕਈ ਮਿੱਤਰ ਕਰੋੜਪਤੀ ਹੋਣਗੇ, ਕਈ ਲੱਖਪਤੀ ਹੋਣਗੇ, ਸਾਡੇ ਵੀ ਕਈ ਜਾਣਕਾਰ ਹੋਣਗੇ, ਪਰ ਉਹਨਾਂ ਦੇ ਵਿੱਚੋਂ ਕਈ ਇਹੋ ਜਿਹੇ ਜਿਹਨਾਂ ਨੇ ਦੁੱਕੀ ਨਹੀਂ ਕੱਢੀ। ਉਹ ਕਹਿੰਦੇ ਵੀ ਚਲੋ ਕੋਈ ਨਹੀਂ, ਸਰਕਾਰ ਦਾ ਕੰਮ ਆ। ਸੋਨੂ ਸੂਦ ਵੀ ਤਾਂ ਇਹ ਕਹਿ ਸਕਦਾ ਸੀ, ਉਹਦੇ ਕੋਲੇ ਪੈਸੇ ਆ, ਤਾਂ ਪਰ ਉਹਨੇ ਲੋਕਾਂ ਦੀ ਮਦਦ ਵੀ ਲਈ ਹੈ, ਤੇ ਉਹਨੇ 12,000 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਤੋਂ ਦੂਜੇ ਥਾਂ ਤੱਕ ਪਹੁੰਚਾਉਣ 'ਚ ਯੋਗਦਾਨ ਪਾਇਆ। ਆਪਣੀ ਜੇਬ ਦੇ ਵਿੱਚੋਂ ਬੱਸਾਂ ਦੇ ਕਿਰਾਏ ਭਰੇ ਆ, ਗਰਭਵਤੀ ਔਰਤਾਂ ਦੇ ਲਈ ਵਿਸ਼ੇਸ਼ ਸਹੂਲਤਾਂ ਜਿਹੜੀਆਂ ਉਹ ਮੁਹੱਈਆ ਕਰਵਾਈਆਂ, ਉਹਨੇ ਬੱਚਿਆਂ ਦੇ ਲਈ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ, ਰੋਟੀ ਟੁੱਕ ਦਾ ਪ੍ਰਬੰਧ ਕੀਤਾ, ਉਹਨੇ ਉੱਥੇ ਦਵਾਈ ਬੂਟੀ ਦਾ ਪ੍ਰਬੰਧ ਕੀਤਾ। ਤੇ ਮੈਂ ਕੱਲ ਉਹਦੀ ਇੱਕ ਇੰਟਰਵਿਊ ਸੁਣੀ ਹਰਮਨ ਜੀ, ਮੈਂ ਬੜਾ ਭਾਵੁਕ ਹੋ ਗਿਆ। ਉਹ ਕਹਿੰਦਾ ਦੇਖੋ ਜੀ, ਬੰਦੇ ਨੂੰ ਆਪਣੀਆਂ ਜੜ੍ਹਾਂ ਦੇ ਵੱਲ ਖਿਆਲ ਕਰਨਾ ਚਾਹੀਦਾ, ਤੇ ਮੈਂ ਆਪਣੇ ਅਤੀਤ ਨੂੰ ਕਦੇ ਭੁੱਲਿਆ ਨਹੀਂ। ਜਦੋਂ ਮੈਂ ਮੁੰਬਈ ਦੇ ਵਿੱਚ ਆਇਆ ਮੋਗੇ ਤੋਂ ਚੱਲ ਕੇ, ਉਸ ਵਕਤ ਮੈਂ ਵੀ ਪ੍ਰਵਾਸੀ ਸੀ। ਮੈਂ ਸਧਾਰਨ ਰੇਲ ਗੱਡੀ ਦੇ ਵਿੱਚ ਟਿਕਟ ਲੈ ਲੈਂਦਾ ਹੁੰਦਾ ਸੀ, ਪੈਸੇ ਨਹੀਂ ਸੀ ਹੁੰਦੇ, ਤੇ ਮੈਂ ਰੇਲ ਗੱਡੀ ਦੀ ਤਾਕੀ ਦੇ ਵਿੱਚ ਖੜ ਕੇ ਵੀ ਸਫ਼ਰ ਕੀਤਾ, ਸਿਰ ਬਾਹਰ ਨੂੰ ਕੱਢ ਕੇ
ਅੰਦਰ ਗਰਮੀ ਸੀ, ਕਹਿੰਦਾ ਵੀ ਅੰਦਰ ਮੈਂ ਗੁਸਲਖਾਨੇ ਦੇ ਕੋਲੇ ਢੋਲ ਆ ਕੇ ਵੀ ਸੌਂਦਾ ਰਿਹਾ ਜਿੱਥੇ ਮੁਸ਼ਕ ਮਾਰਦਾ ਹੁੰਦਾ ਸੀ। ਹੁਣ ਮੈਨੂੰ ਲੱਗਦਾ ਵੀ ਇਹ ਜਿਹੜਾ ਮੇਰੇ ਤੇ ਵੇਲਾ ਸੀ ਇਹ ਨਾ ਸਾਰੇ ਭੈਣਾਂ ਵੀਰਾਂ ਤੇ ਆਇਆ ਕਰੋਨਾ ਦੇ ਕਰਕੇ। ਸੋ ਉਹਨੇ ਕਿਹਾ ਜੀ ਕਿ ਮੈਂ ਆਪਣਾ ਫਰਜ਼ ਅਦਾ ਕਰ ਰਿਹਾ, ਬਾਕੀ ਵੀ ਸਾਰੇ ਫਰਜ਼ ਅਦਾ ਕਰਨ। ਹੁਣ ਕਈ ਸੂਬਿਆਂ ਦੇ ਮੁੱਖ ਮੰਤਰੀ, ਕਈ ਹੋਰ ਰਾਜਪਾਲ, ਕਈ ਹੋਰ ਕੇਂਦਰੀ ਨੇਤਾ ਸੋਨੂੰ ਸੂਦ ਨੂੰ ਵਧਾਈਆਂ ਦੇ ਰਹੇ ਆ, ਪਰ ਗੱਲ ਕੱਲੀ ਵਧਾਈਆਂ ਦੇਣ ਦੀ ਨਹੀਂ, ਗੱਲ ਨਕਲ ਕਰਨ ਦੀ ਵੀ ਆ। ਉਹਦੀ ਨਕਲ ਕਰੋ। ਸੋਨੂੰ ਸੂਦ ਨੇ ਨਾ MLA ਬਣਨਾ ਨਾ MP ਬਣਨਾ। ਜੇ ਉਹ ਮਨੁੱਖ ਦੇ ਤੌਰ ਦੇ ਉੱਤੇ ਮਹੱਤਵਪੂਰਨ ਕੰਮ ਕਰ ਸਕਦਾ ਤਾਂ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਉਂਦੇ ਆ MP ਦੀਆਂ, ਜਦੋਂ ਅਸੀਂ ਵੋਟਾਂ ਪਾਉਂਦੇ ਆ MLA ਦੀਆਂ, ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ, ਤੇ ਉਹ ਲੋਕ ਸਾਡੇ ਕਿਉਂ ਨਹੀਂ ਜਿਹੜੇ ਕੰਮ ਆ ਰਹੇ ਉਹ ਕਿਉਂ ਨਹੀਂ ਫਰਜ਼ ਅਦਾ ਕਰ ਰਹੇ? ਸਾਨੂੰ ਵੀ ਸੋਚਣਾ ਚਾਹੀਦਾ ਤੇ ਉਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਜਿਹੜੇ ਇਸ ਵਕਤ ਪੱਥਰ ਬਣ ਕੇ ਬੈਠੇ ਆ। ਬਿਲਕੁਲ। ਤੇ ਜਿਵੇਂ ਤੁਸੀਂ ਪ੍ਰਵਾਸੀਆਂ ਦੀ ਗੱਲ ਕੀਤੀ ਹੈ, ਤੇ ਇੱਕ ਸੋਸ਼ਲ ਮੀਡੀਆ ਤੇ ਮੈਂ ਵੀਡੀਓ ਦੇਖ ਰਿਹਾ ਸੀ, ਦੇਖ ਕੇ ਮਨ ਬੜਾ ਭਰਿਆ ਕਿ ਇੱਕ ਮ੍ਰਿਤਕ ਔਰਤ ਸਟੇਸ਼ਨ ਤੇ ਪਈ ਹੈ, ਉਹਦੇ ਉੱਤੇ ਚਾਦਰ ਦਿੱਤੀ ਹੋਈ ਹੈ ਤੇ ਉਹਦਾ ਛੋਟਾ ਜਿਹਾ 2-2.5 ਸਾਲ ਦਾ ਬੱਚਾ ਹੈ, ਉਹ ਚਾਦਰ ਚੱਕਦਾ ਹੈ, ਮਾਂ ਦਾ ਚਿਹਰਾ ਦੇਖਦਾ ਹੈ, ਉਹਦੇ ਨਾਲ ਕਲੋਲਾ ਕਰਦਾ, ਖੇਡਦਾ, ਪਰ ਉਹਨੂੰ ਸ਼ਾਇਦ ਨਹੀਂ ਪਤਾ ਕਿ ਇਹ ਇਸ ਦੁਨੀਆ 'ਚ ਨਹੀਂ ਰਹੀ। ਤੇ ਉਹ ਵੀਡੀਓ ਦੀਆਂ ਕਾਫੀ ਸਾਰੀਆਂ ਗੱਲਾਂ ਵੀ ਹੋ ਰਹੀਆਂ। ਤੁਸੀਂ ਕਿਵੇਂ ਦੇਖਦੇ ਹੋ ਕਿ ਪ੍ਰਵਾਸੀਆਂ ਨੂੰ ਇਸ ਕਰੋਨਾ ਦੇ ਵਿੱਚ ਕਿਸ ਤਰ੍ਹਾਂ ਜੂਝਣਾ ਪਿਆ? ਕਈ 1000 ਕਿਲੋਮੀਟਰ 100 ਕਿਲੋਮੀਟਰ ਤੁਰ ਕੇ ਵੀ ਗਏ ਆ, ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ ਪ੍ਰਵਾਸੀਆਂ ਦੀ ਇਸ ਟਾਈਮ? ਦੇਖੋ ਹਰਮਨ ਜੀ, ਗੱਲ ਇਹ ਹੈ ਕਿ ਭਾਰਤ ਦੇ ਨਿਰਮਾਣ ਦੇ ਵਿੱਚ ਮਜ਼ਦੂਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਤੁਹਾਡੀ ਜੇਬ ਦੇ ਵਿੱਚ ਪੈਸੇ ਹੋਣ ਪਰ ਜੇ ਮਜ਼ਦੂਰ ਕੰਮ ਨਾ ਕਰੂਗਾ ਤੁਹਾਡਾ ਘਰ ਨਹੀਂ ਬਣਦਾ। ਸਰਕਾਰਾਂ ਫੰਡ ਜਾਰੀ ਕਰ ਸਕਦੀਆਂ ਪਰ ਪੁਲ ਨਹੀਂ ਬਣਦੇ ਮਜ਼ਦੂਰਾਂ ਤੋਂ ਬਿਨਾਂ। ਵਿਕਾਸ ਉੱਥੇ ਹੀ ਚੱਕੇ ਜਾਮ ਹੋ ਜਾਣਗੇ ਜੇਕਰ ਮਜ਼ਦੂਰ ਕੰਮ ਨਾ ਕਰਨ। ਇਹਨਾਂ ਮਜ਼ਦੂਰਾਂ ਦੀ ਗਲਤੀ ਕੀ ਹੈ? ਜੇ ਵੱਖ-ਵੱਖ ਦੇਸ਼ਾਂ ਦੇ ਵਿੱਚ ਸੰਕਟ ਦੇ ਨਾਲ ਲੜਨ ਵਾਸਤੇ ਫੰਡ ਸੀ ਤਾਂ ਭਾਰਤ ਵਰਗੇ ਇੰਨੇ ਵੱਡੇ ਦੇਸ਼ ਦੇ ਵਿੱਚ ਫੰਡ ਕਿਉਂ ਨਹੀਂ? ਸਾਡੇ ਜਦੋਂ ਫੰਡ ਹੁੰਦਾ, ਪ੍ਰਧਾਨ ਮੰਤਰੀ ਨੇ ਹੈਲੀਕਾਪਟਰ ਲੈ ਲਿਆ, ਮੁੱਖ ਮੰਤਰੀ ਨੇ ਇੱਧਰ ਨੂੰ ਜਾਣ ਵਾਸਤੇ ਹੈਲੀਕਾਪਟਰ ਲੈ ਲਿਆ, ਆਪਾਂ ਇੱਧਰਲੇ ਦੇਸ਼ ਦੀ ਯਾਤਰਾ ਸ਼ੁਰੂ ਕਰਤੀ, ਆਪਾਂ ਇੱਥੇ ਬੁੱਤ ਬਣਾਤਾ, ਆਪਾਂ ਇੱਥੇ ਧਾਰਮਿਕ ਥਾਂ ਬਣਾਤੀ। ਸਾਡੇ ਇਹਨਾਂ ਗੱਲਾਂ ਦੇ ਉੱਤੇ ਫਜ਼ੂਲ ਖਰਚੀ ਬਹੁਤ ਹੁੰਦੀ ਹੈ। ਬਿਲਕੁਲ। ਜਿਹੜੇ ਬਾਹਰ ਲੋਕ ਆ ਮਜ਼ਦੂਰ, ਉਹਨਾਂ ਦੇ ਵਾਸਤੇ ਤਾਂ ਮੁਫਤ ਦੇ ਵਿੱਚ ਕੁਝ ਹੈ ਨਹੀਂਗਾ, ਸਸਤਾ ਕੁਝ ਹੈ ਨਹੀਂ। ਤੇ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦੇ ਵਾਸਤੇ ਕੰਟੀਨ ਦੇ ਵਿੱਚ ਮੁਫਤ ਦੇ ਭਾਜੀਆਂ ਹੈਗੀਆਂ, ਉੱਥੇ ਐ ਸਸਤੀ ਚੀਜ਼ ਮਿਲਦੀ ਹੈ ਵੀ ਜਿਵੇਂ ਇੱਥੇ ਲੰਗਰ ਲਾਇਆ ਹੁੰਦਾ ਹੈ। ਤਾਂ ਸਾਡੇ ਪੈਸਿਆਂ ਦੇ ਨਾਲ ਚੱਲਦਾ ਨਾ। ਭਾਰਤ ਦੇ ਲੋਕ ਜਾਗੇ ਨਹੀਂ ਕਦੇ ਵੀ ਸਾਡੇ ਪੈਸੇ ਦੀ ਦੁਰਵਰਤੋਂ ਕੌਣ ਕਰ ਰਿਹਾ। ਅਸੀਂ ਆਟੇ ਦਾਲ ਵਾਲੇ ਆ, ਅਸੀਂ ਚੌਲਾਂ ਵਾਲੇ ਆ, ਅਸੀਂ ਬੇਗੈਰਤ ਹੋ ਰਹੇ ਹਾਂ। ਅਸੀਂ ਕਦੇ ਮੰਗ ਨਹੀਂ ਕੀਤੀ ਵੀ ਸਾਨੂੰ ਕਿਰਤ ਕਰਨ ਦਿਓ ਤੇ ਅਸੀਂ ਆਪਦੀ ਚੀਜ਼ ਆਪੇ ਲੈ ਲਾਂਗੇ। ਕੋਈ ਮੋਬਾਈਲਾਂ ਪਿੱਛੇ ਲੜੀ ਜਾਂਦਾ, ਕੋਈ ਕਿਵੇਂ ਲੜੀ ਜਾਂਦਾ। ਲੋਕਾਂ ਨੂੰ ਸੋਚਣਾ ਪਊਗਾ ਇਸ ਮੁਤਲਕ। ਸੋ ਜਿਹੜੀ ਤੁਸੀਂ ਗੱਲ ਪੁੱਛੀ ਸੀ, ਹੁਣ ਤੱਕ ਸੈਂਕੜੇ ਦੀ ਗਿਣਤੀ ਦੇ ਵਿੱਚ ਪ੍ਰਵਾਸੀ ਮਜ਼ਦੂਰ ਇੱਕ ਤੋਂ ਦੂਜੀ ਥਾਂ ਤੱਕ ਪੈਦਲ ਜਾਂਦਿਆਂ 1200 1300 ਕਿਲੋਮੀਟਰ ਸਫ਼ਰ ਤੈਅ ਕਰਦਿਆਂ ਮਰ ਗਏ ਆ। ਬਿਲਕੁਲ। ਕਈ ਭੁੱਖ ਦੇ ਨਾਲ ਮਰ ਗਏ, ਕਿਸੇ ਨੇ ਫਾਹਾ ਲੈ ਲਿਆ, ਕਿਸੇ ਨੇ ਨਹਿਰ 'ਚ ਛਾਲ ਮਾਰਤੀ, ਕੋਈ ਰੇਲ ਗੱਡੀ ਥੱਲੇ ਆ ਗਿਆ, ਕਿਸੇ ਨੂੰ ਕੋਈ ਹੋਰ ਸਮੱਸਿਆ ਆ ਗਈ, ਦਿਲ ਦਾ ਦੌਰਾ ਪੈ ਗਿਆ। ਸੈਂਕੜਿਆਂ ਨੂੰ ਕਦੇ ਚੇਤੇ ਨਹੀਂ ਕੀਤਾ ਜਾਣਾ। ਜਿਹੜੀ ਤੁਸੀਂ ਗੱਲ ਕੀਤੀ ਹੈ, ਮੁਜ਼ੱਫਰਪੁਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਪਲੇਟਫਾਰਮ ਦੇ ਉੱਤੇ ਇੱਕ ਔਰਤ ਦੀ ਲਾਸ਼ ਲਾਈ ਗਈ। ਉਹ ਔਰਤ 4 ਦਿਨ ਤੋਂ ਆਪਦੀ ਭੈਣ ਤੇ ਆਪਦੇ ਜੀਜੇ ਨਾਲ ਤੇ 2.5 ਸਾਲ ਦੇ ਬੱਚੇ ਨਾਲ ਸਫ਼ਰ ਕਰ ਰਹੀ ਸੀ, ਭੁੱਖੜ ਪਾਣੀ, ਨਾ ਪਾਣੀ ਮਿਲਿਆ ਨਾ ਰੋਟੀ ਮਿਲੀ। ਹੁਣ ਜਦੋਂ ਉਹਦੀ ਮੌਤ ਹੋ ਗਈ ਰੇਲ ਗੱਡੀ ਦੇ ਵਿੱਚ, ਤੇ ਉਹਨੂੰ ਪਲੇਟਫਾਰਮ ਤੇ ਲਾ ਕੇ ਉੱਤੇ ਚਾਦਰ ਦੇਤੀ। 2.5 ਸਾਲ ਦਾ ਉਹਦਾ ਬੱਚਾ, ਉਹਨੂੰ ਪਤਾ ਹੀ ਨਹੀਂ ਮੇਰੀ ਮਾਂ ਮਰ ਗਈ ਹੈ। ਬਿਲਕੁਲ। ਉਹਦੀ ਚਾਦਰ ਖਿੱਚ ਰਿਹਾ, ਕਲੋਲਾ ਕਰ ਰਿਹਾ, ਚਾਦਰ ਦੇ ਵਿੱਚ ਸਿਰ ਦੇ ਰਿਹਾ, ਮੂੰਹ ਉਹ ਵਿੱਚ ਦੇ ਰਿਹਾ। ਉਹਨੂੰ ਲੱਗਦਾ ਵੀ ਮਾਂ ਮੈਨੂੰ ਦੁੱਧ ਚੁੰਘਾਊਗੀ, ਉਹਨੂੰ ਲੱਗਦਾ ਮਾਂ ਮੇਰੇ ਨਾਲ ਲਾਡ-ਬਾੜ ਕਰੂਗੀ, ਉਹਨੂੰ ਲੱਗਦਾ ਮੇਰੀ ਮਾਂ ਉੱਠ ਕੇ ਬਹਿ ਜੂਗੀ। ਪਰ ਉਹਨੂੰ ਇਸ ਗੱਲ ਦਾ ਪਤਾ ਨਹੀਂਗਾ ਵੀ ਮੇਰੀ ਮਾਂ ਜਹਾਨੋਂ ਤੁਰ ਗਈ ਹੈ ਤੇ ਸਿਸਟਮ ਨੇ ਮਾਰਤੀ ਹੈ। ਬਿਲਕੁਲ। ਉਹ ਜਦੋਂ ਵੱਡਾ ਹੋਊਗਾ ਸ਼ਾਇਦ ਉਹਨੂੰ YouTube ਦੇ ਉੱਤੇ ਪਈਆਂ ਹੋਈਆਂ ਇਹ ਗੱਲਾਂ ਵੀ ਸੁਣਨ, ਦੇਖਣ, ਪੜ੍ਹਨ ਨੂੰ ਮਿਲਣ। ਤੇ ਪਰ ਉਹਨੂੰ ਇਸ ਵਕਤ ਆਪਣੇ ਬਚਪਨ ਦੀ ਗੱਲ ਹੈ ਜਿਹੜੀ, ਉਹ ਹੋ ਸਕਦਾ ਸਾਲ ਨੂੰ ਭੁੱਲ ਜਾਏ ਆਪਦੀ ਮਾਂ ਨੂੰ, ਪਰ ਉਹਨੂੰ ਜਦੋਂ ਜਿਵੇਂ ਵੱਡਾ ਹੋਊਗਾ ਉਹਦੇ ਮਨ 'ਚੋਂ ਚੀਸ ਨਹੀਂ ਭੁੱਲਣੀ, ਇਹ ਚੀਸ ਜਾਰੀ ਰਹਿਣੀ ਹੈ। ਸੋ ਇਹ ਸਾਡੇ ਦੇਸ਼ ਦਾ ਇੱਕ ਹਾਲ ਆ। ਬੜੀ ਸ਼ਰਮ ਵਾਲੀ ਗੱਲ ਹੈ ਇਹ ਵੀ ਅਸੀਂ ਅੱਜ ਵੀ ਲੋਕਾਂ ਨੂੰ ਰੋਟੀ ਨਹੀਂ ਵੇਲੇ ਸਿਰ ਮੁਹੱਈਆ ਕਰਵਾ ਰਹੇ। ਇੱਕ ਰੋਟੀ ਦੇਣ ਵੇਲੇ 25 ਥਾਵਾਂ ਦੇ ਉੱਤੇ ਫੋਟੋਆਂ ਪਾਉਂਦੇ ਆ। ਮੈਂ ਤਾਂ ਕਈ ਲੋਕਾਂ ਦੀਆਂ ਇਹੋ ਜਿਹੀਆਂ ਫੋਟੋ ਦੇਖੀਆਂ, ਕਹਿੰਦੇ ਕਹਾਉਂਦੇ ਨੇਤਾ 3 ਕਿੱਲੇ 13 ਜਣਿਆਂ ਨੂੰ ਫੜਾਉਂਦੇ ਹੋਏ ਤੇ 25 ਥਾਵਾਂ ਤੇ ਫੋਟੋ ਪਵਾਉਂਦੇ ਆ। ਸ਼ਰਮ ਆਉਂਦੀ ਇਸ ਗੱਲ ਦੇ ਉੱਤੇ। ਰੋਟੀਆਂ ਫੜਾ ਰਹੇ ਆ, ਆਹ ਲੈ 2 ਪ੍ਰਸ਼ਾਦੇ ਫੜਾਏ ਆ, ਫੋਟੋ ਖਿੱਚੋ, ਇਹ ਫੇਸਬੁੱਕ ਤੇ ਪਾਉਣੀ ਹੈ, ਇਹ ਅਖਬਾਰ ਦੇ ਵਿੱਚ ਦੇਣੀ ਆ। ਅਸੀਂ ਫੁਕਰੇ ਹੋ ਗਏ ਆ, ਅਸੀਂ ਹੋਛੇ ਹੋ ਗਏ ਆ, ਅਸੀਂ ਸਹੀ ਮਨੁੱਖ ਨਹੀਂ ਰਹੇ। ਅਸੀਂ ਧਰਮ ਕਰੀ ਜਾਂਦੇ ਆ। ਧਰਮ ਨੇ ਜੋ ਸਾਨੂੰ ਗੱਲ ਕਹੀ ਸੀ ਉਹ ਨਹੀਂ, ਅਸੀਂ ਉੱਦਾਂ ਧਰਮ ਕਰਨਾ, ਪਰ ਅਸੀਂ ਧਰਮੀ ਵੀ ਨਹੀਂ ਗਏ। ਬਾਹਰਲੇ ਦੇਸ਼ਾਂ ਦੇ ਵਿੱਚ ਇਦਾਂ ਦਾ ਕੁਝ ਹੈ ਨਹੀਂਗਾ, ਇਸ ਗੱਲ ਦਾ ਰੌਲਾ ਹੈ ਨਹੀਂ, ਪਰ ਉੱਥੇ ਕੰਮ ਹੁੰਦਾ। ਸਾਡੇ ਕੰਮ ਨਹੀਂ ਹੁੰਦਾ, ਸਿਰਫ ਰੌਲਾ ਹੁੰਦਾ। ਫਰਕ ਇਹ ਹੈ। ਸੋ ਇਹ ਪ੍ਰਵਾਸੀ ਮਜ਼ਦੂਰ ਵੀਰ ਜਿਹੜੇ ਆ ਸਾਡੇ ਭੈਣਾਂ, ਉਹ ਸਾਡੇ ਆਪਣੇ ਆ। ਇਹਨਾਂ ਦਾ ਜਿਉਂਦੇ ਰਹਿਣਾ, ਇਹਨਾਂ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਆ। ਹੁਣ ਹੋਰ ਗੱਲ ਕਰ ਲਓ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਪ੍ਰਵਾਸੀ ਮਜ਼ਦੂਰ ਜਿੱਥੇ ਵੀ ਆ ਉੱਥੇ ਰਹਿਣ, ਰੋਟੀ ਟੁੱਕ ਦਾ ਪ੍ਰਬੰਧ ਅਸੀਂ ਕਰਾਂਗੇ, ਛੱਤ ਦਾ ਪ੍ਰਬੰਧ ਕਰਾਂਗੇ। ਕਿਉਂਕਿ ਮਾਣਯੋਗ ਅਦਾਲਤ ਨੇ ਗੱਲ ਕਹੀ ਆ ਵੀ ਇੱਕ ਬੱਚਾ ਪਿਛਲੇ ਦਿਨੀ
ਆਪਦੀ ਮਾਂ ਦੇ ਟੈਚੀ ਕੇਸ ਤੋਂ ਸੁੱਤਾ ਜਾ ਰਿਹਾ ਸੀਗਾ। ਬਿਲਕੁਲ, ਉਹ ਵੀਡੀਓ ਬੜੀ ਵਾਇਰਲ ਹੋਈ। ਯੈਸ। ਉਸ ਤੋਂ ਬਾਅਦ ਮਨੁੱਖੀ ਅਧਿਕਾਰ ਕਮਿਸ਼ਨ ਨੇ ਝਾੜ ਪਾਈ। ਹੁਣ ਜੋ ਕੈਪਟਨ ਸਾਹਿਬ ਕਹਿੰਦੇ ਆ ਵੀ ਜਿੱਥੇ ਹੋ ਉੱਥੇ ਰਹੋ, ਅਸੀਂ ਨਾਲ ਆ, ਇਹ ਗੱਲ ਉਦੋਂ ਕਹੀ ਜਦੋਂ 4 ਲੱਖ ਪ੍ਰਵਾਸੀ ਮਜ਼ਦੂਰ ਘਰੋਂ ਘਰੀ ਚਲਾ ਗਿਆ। ਵੇਲੇ ਸਿਰ ਕਹਿਣਾ ਚਾਹੀਦਾ ਸੀ। ਪੰਜਾਬ ਦੀਆਂ ਸਨਅਤਾਂ ਨੂੰ, ਫੈਕਟਰੀਆਂ ਨੂੰ ਆਉਂਦੇ ਸਮੇਂ 'ਚ ਬਹੁਤ ਵੱਡੀ ਚੁਣੌਤੀ ਪੈਦਾ ਹੋਣੀ ਆ। ਪੰਜਾਬ ਦੀ ਕਿਸਾਨੀ ਨੂੰ ਬੜੀ ਵੱਡੀ ਚੁਣੌਤੀ ਪੈਦਾ ਹੋਣੀ ਆ। ਅਸੀਂ ਸੰਭਲ ਸਕਦੇ ਸੀ ਜੇਕਰ ਸਮਝੇ ਹੁੰਦੇ ਤਾਂ। ਬਿਲਕੁਲ। ਤੇ ਜੇ ਆਪਾਂ ਪ੍ਰਵਾਸੀਆਂ ਦੀ ਗੱਲ ਕਰੀਏ ਤਾਂ ਸ਼ਾਇਦ ਉਹ ਭਾਰਤ ਵਿੱਚ ਰਾਜ ਤੋਂ ਦੂਜੇ ਰਾਜ ਗਏ ਆ, ਉਹ ਰਾਜ ਦੇ ਪ੍ਰਵਾਸੀ ਆ, ਉਹ ਦੇਸ਼ ਦੇ ਪ੍ਰਵਾਸੀ ਬਿਲਕੁਲ ਨਹੀਂ ਆ। ਸਹੀ। ਪਰ ਅਸੀਂ ਦੂਸਰੇ ਦੇਸ਼ ਵਿੱਚ ਬੈਠੇ ਆ। ਮੈਂ ਨਿਊਜ਼ੀਲੈਂਡ ਵਿੱਚ ਆ, ਬਹੁਤ ਸਾਰੇ ਕੈਨੇਡਾ, ਅਮਰੀਕਾ, ਵੱਖ-ਵੱਖ ਦੇਸ਼ਾਂ 'ਚ ਬੈਠੇ ਆ, ਤੇ ਸਾਨੂੰ ਪ੍ਰਵਾਸੀਆਂ ਨੂੰ ਪਰ ਇੱਥੇ ਦੀਆਂ ਸਰਕਾਰਾਂ ਕਦੇ ਵੀ ਇਸ ਤਰ੍ਹਾਂ ਮਹਿਸੂਸ ਨਹੀਂ ਹੋਣ ਦਿੰਦੀਆਂ ਕਿ ਤੁਸੀਂ ਪ੍ਰਵਾਸੀ ਹੋ ਜਾਂ ਮਾਈਗ੍ਰੈਂਟਸ ਹੋ। ਤੇ ਇੱਥੇ ਸਾਰਿਆਂ ਨੂੰ ਸਾਰਾ ਕੁਝ ਫਿਰ ਵੀ ਬਰਾਬਰ ਮਿਲਦਾ। ਮੈਂ ਬਸ ਇੱਕ ਸੰਖੇਪ ਦੇ ਵਿੱਚ ਗੱਲ ਹੋਰ ਕਹਿਣੀ ਹੈ। ਭਾਰਤ ਦੇ ਵਿੱਚ ਤਾਂ ਬਹੁ ਗਿਣਤੀ ਲੋਕ ਆ ਜਿਹੜੇ ਉਹ ਧਰਮ ਤੇ ਰਾਜਨੀਤੀ ਦੀ ਭੇਟ ਚੜ੍ਹ ਚੁੱਕੇ ਆ, ਖੋਖਲੇ ਹੋ ਗਏ ਸਿਰ ਪੱਖੋਂ। ਉਹਨਾਂ ਨੂੰ ਆਪਦੀ ਪਾਰਟੀ ਤੋਂ ਬਿਨਾਂ ਕੁਛ ਦਿਸਦਾ ਨਹੀਂ, ਭਾਵੇਂ ਖੇ ਸਵਾਦ ਜੋ ਮਰਜ਼ੀ ਕਰੀ ਜਾਣ, ਉਹ ਕਹਿਣਗੇ ਸਾਡਾ ਨੇਤਾ ਤਾਂ ਬਸ ਸਿਰਾ। ਮੈਂ ਹੈਰਾਨ ਹੁੰਨਾ, ਕਈ ਵਾਰ ਵਿਦੇਸ਼ਾਂ ਦੇ ਵਿੱਚ ਵੀ ਇੱਦਾਂ ਬੈਠੇ ਆ। ਮੰਨ ਲਓ ਕਿ ਮੈਂ ਪੰਜਾਬ ਦਾ ਬੰਦਾ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਉੱਥੇ ਰੋਟੀ ਕਮਾਉਣਾ, ਉੱਥੇ ਪੱਕਾ ਹੁੰਨਾ, ਮੈਂ ਆਪਦੇ ਪਰਿਵਾਰ ਦੇ ਲਈ, ਆਪਦੇ ਭਵਿੱਖ ਦੇ ਲਈ ਉੱਥੇ ਗਿਆ। ਬਿਲਕੁਲ। ਉੱਥੋਂ ਦੀ ਸਰਕਾਰ ਵਰਗੀ ਜਿੱਥੇ ਮੈਂ ਗਿਆ, ਉੱਥੋਂ ਦੀ ਸਰਕਾਰ ਵਰਗੀ ਪੰਜਾਬ ਦੀ ਸਰਕਾਰ ਨਹੀਂ ਬਣਾਉਣੀ ਚਾਹੁੰਦਾ। ਉੱਥੇ ਬੈਠਾ ਵੀ ਇਹ ਕਹਿੰਦਾ ਵੀ ਮੇਰੇ ਵਾਲੀ ਪਾਰਟੀ ਬਹੁਤ ਵਧੀਆ ਕੰਮ ਕਰਦੀ ਹੈ। ਜੇ ਇੰਨਾ ਵਧੀਆ ਕੰਮ ਕਰਦੀ ਛੱਡ ਕੇ ਫਿਰ ਉੱਥੇ ਚੱਲ, ਫਿਰ ਉੱਥੇ ਕੀ ਕਰਨਾ। ਕਹਿਣ ਦਾ ਭਾਵ ਇਹ ਆ ਵੀ ਸਾਡੇ ਸਿਰ ਨੂੰ ਜਿਹੜਾ ਜਨੂਨ ਚੜਿਆ ਹੁੰਦਾ ਨਾ ਰਾਜਨੀਤੀ ਦਾ, ਉਹ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਚਲੇ ਜਾਏਗੇ, ਇਹ ਲੈਂਦਾ ਨਹੀਂਗਾ। ਬਿਲਕੁਲ। ਤੇ ਬਹੁਤ ਇੱਥੇ ਵੀ ਨਿਊਜ਼ੀਲੈਂਡ ਵਿੱਚ ਵੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਆਪਣੀਆਂ ਸਿਆਸੀ ਪਾਰਟੀਆਂ ਦੀ ਮਦਦ ਇੰਡੀਆ ਵਿੱਚ ਜਾਂ ਪੰਜਾਬ ਵਿੱਚ ਕਰਦੇ ਆ। ਤੇ ਇੱਥੇ ਜੇ ਆਪਾਂ ਲਾਸਟ ਵਿੱਚ ਗੱਲ ਕਰੀਏ ਕਿਸਾਨੀ ਦੀ, ਜਿੱਥੇ ਪ੍ਰਵਾਸੀ ਮਜ਼ਦੂਰਾਂ ਦੀ ਬਹੁਤ ਵੱਡੀ ਘਾਟ ਹੈ ਇਸ ਟਾਈਮ ਪੰਜਾਬ ਵਿੱਚ। ਝੋਨੇ ਦਾ ਸੀਜ਼ਨ ਹੈ, ਬਿਜਾਈ ਦਾ, ਤੇ ਨਾਲ ਹੀ ਦੂਸਰੇ ਪਾਸੇ ਟਿੱਡੀ ਦਲ ਦਾ ਜਿਹੜਾ ਖਤਰਾ ਉਹ ਵੀ ਸਾਹਮਣੇ ਆ ਰਿਹਾ। ਤੇ ਤੀਸਰਾ ਨਕਲੀ ਬੀਜਾਂ ਦਾ ਮੁੱਦਾ ਪਿਛਲੇ ਦਿਨੀ ਸਾਹਮਣੇ ਆਇਆ ਸੀ, ਉਹਨੂੰ ਲੈ ਕੇ ਕਾਫੀ ਸਿਆਸਤ ਵੀ ਹੁੰਦੀ ਰਹੀ ਹੈ। ਤੇ ਇਹ ਕਿਸਾਨੀ ਨੂੰ ਤੁਸੀਂ ਕੀ ਦੇਖਦੇ ਹੋ ਕਿ ਡੁੱਬਦੀ ਕਿਸਾਨੀ ਨੂੰ ਕੋਈ ਸਰਕਾਰ ਕੰਢੇ ਲਾਊਗੀ ਜਾਂ ਨਹੀਂ? ਮੈਨੂੰ ਇਉਂ ਲੱਗਦਾ ਵੀ ਟਿੱਡੀ ਦਲ ਵੀ ਸੋਚਦਾ ਹੋਣਾ ਅਸੀਂ ਤਾਂ ਇਕੱਲੀਆਂ ਫਸਲਾਂ ਹੀ ਖਾਂਦੇ ਆ, ਦੇਸ਼ ਦੇ ਨੇਤਾ ਦੇਸ਼ ਨੂੰ ਖਾ ਗਏ। ਯਾਰ ਇਹਨਾਂ ਦਾ ਕਦੇ ਜ਼ਿਕਰ ਨਹੀਂ ਹੋਇਆ। ਅਸੀਂ ਫਸਲਾਂ ਖਾਧੀਆਂ, ਅਸੀਂ ਪੱਤੇ ਖਾ ਲਏ, ਸਾਡਾ ਜ਼ਿਕਰ ਹੋਣ ਲੱਗ ਜਾਂਦਾ। ਬਿਲਕੁਲ ਬਿਲਕੁਲ। ਤੇ ਜਿਸ ਤਰੀਕੇ ਦੇ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਦੀਆਂ ਗੋਗੜਾਂ ਵਧੀਆਂ, ਜਿਵੇਂ ਉਹਨਾਂ ਦੇ ਬੈਂਕ ਬੈਲੈਂਸ ਵਧੇ ਆ, ਉਹਨਾਂ ਨੇ ਕੋਈ ਕਮਾਦ ਥੋੜੀ ਬੀਜਿਆ, ਉਹਨਾਂ ਨੇ ਕੋਈ ਬਾਸਮਤੀ ਥੋੜੀ ਲਾਈ ਆ। ਸਾਡਾ ਤੁਹਾਡਾ ਪੈਸਾ ਹੀ ਆ, ਪਰ ਸਾਨੂੰ ਪਰਵਾਹ ਹੀ ਨਹੀਂ ਇਸ ਗੱਲ ਦੀ, ਅਸੀਂ ਕਦੇ ਸੋਚਿਆ ਹੀ ਨਹੀਂ। ਪਰ ਉੱਦਾਂ ਪੰਜਾਬ ਦੀ ਤੇ ਸਮੁੱਚੇ ਦੇਸ਼ ਦੀ ਕਿਸਾਨੀ ਦਾ ਮਾੜਾ ਹਾਲ ਆ। ਤੁਸੀਂ ਚੋਣ ਮੈਨੀਫੈਸਟੋ ਲੈ ਲਓ 2014 ਵਾਲਾ, ਮੋਦੀ ਸਰਕਾਰ ਨੇ ਕਿਹਾ ਸੀ ਕਿ ਸਵਾਮੀਨਾਥਨ ਫਾਰਮੂਲਾ ਜਿਹੜਾ ਉਹ ਅਸੀਂ ਲਾਗੂ ਕਰਾਂਗੇ। ਆ ਹੁਣ ਦੁਬਾਰਾ ਆ ਕੇ ਵੀ 1 ਸਾਲ ਹੋ ਗਿਆ, ਪੂਰਾ 6 ਵਰੇ ਹੋ ਗਏ ਆ, ਹਾਲੇ ਤੱਕ ਤਾਂ ਹੋਇਆ ਨਹੀਂ। ਸੂਬੇ ਦੀ ਸਰਕਾਰ ਕਹਿ ਦਿੰਦੀ ਹੈ ਜੀ ਕੇਂਦਰ ਦੀ ਸਰਕਾਰ ਕਿਸਾਨੀ ਲਈ ਕੁਝ ਨਹੀਂ ਕਰਦੀ, ਕੇਂਦਰ ਦੀ ਸਰਕਾਰ ਕਹਿ ਦਿੰਦੀ ਇਸ ਤਾਂ ਗੱਫਾ ਦਿੱਤਾ, ਇਹ ਅੱਗੇ ਨਹੀਂ ਵੜਦੇ, ਪੈਸੇ ਵਾਪਸ ਮੁੜ ਆਏ ਆ। ਇਹ ਡਰਾਮੇਬਾਜ਼ੀ ਚੱਲ ਰਹੀ ਆ। ਚੱਕੀ ਦੇ ਦੋਵਾਂ ਪੁੜਾਂ ਦੇ ਵਿੱਚ ਲੋਕ ਪਿਸ ਰਹੇ ਆ, ਕਿਸਾਨ ਪਿਸ ਰਹੇ ਆ। ਸੋ ਹੁਣ ਟਿੱਡੀ ਦਲ ਦਾ ਮਾਮਲਾ, ਕਿਸਾਨ ਵਿਚਾਰਾ ਕੀ ਕਰੇ ਤੇ ਕੀ ਨਾ ਕਰੇ। ਉਹਨੂੰ ਤਕਨੀਕ ਨਹੀਂ ਮੁਹੱਈਆ ਕਰਵਾਈ ਜਾ ਰਹੀ, ਉਹਨੂੰ ਇੰਨਾ ਜਾਗਰੂਕ ਨਹੀਂ ਕੀਤਾ ਜਾ ਰਿਹਾ ਵੀ ਭਾਈ ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਨੂੰ ਬਚਾ ਲਾਂਗੇ। ਪਰ ਜੇਕਰ ਇੱਦਾਂ ਬਚਾ ਲਿਆ ਜਾਵੇ ਤਾਂ ਕਿਸਾਨੀ ਜਿਉਂਦੀ ਰਹੂਗੀ। ਅੱਜ ਪੰਜਾਬ ਦੇ ਖੇਤ ਆ ਜਿਹੜੇ ਉਹ ਵਿਹਲੇ ਹੋਣ ਵਾਲਾ। ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਚਲੇ ਜਾਓ, ਉੱਥੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਜ਼ਮੀਨਾਂ ਵਿਕਾਊ ਆ ਕਿਸਾਨਾਂ ਦੀਆਂ। ਉਹ ਕਿਉਂ ਵਿਕਾਊ ਆ? ਬੰਦਾ ਕਹਿੰਦਾ ਮੈਂ ਛੱਡ ਕੇ ਬਾਹਰ ਨੂੰ ਭੱਜਾਂ, ਮੈਂ ਵੇਚ ਕੇ ਸਭ ਕੁਝ ਨਿਆਣਾ ਬਾਹਰ ਨੂੰ ਕੱਢਾਂ। ਇਹ ਜ਼ਮੀਨਾਂ ਤੇ ਜ਼ਮੀਰਾਂ ਦੋਵੇਂ ਬਚ ਸਕਦੀਆਂ ਜੇਕਰ ਸਾਡੀਆਂ ਸਰਕਾਰਾਂ ਸੁਹਿਰਦ ਹੋਣ। ਆ ਟਿੱਡੀ ਦਲ ਆ ਜਿਹੜਾ, ਉਹਨੇ ਬਠਿੰਡੇ ਵਾਲੇ ਖੇਤਰ ਦੇ ਵੱਲ ਵਾਹਵਾ ਨੁਕਸਾਨ ਕਰਤਾ, ਇਹਨੇ ਰਾਜਸਥਾਨ MP ਦੇ ਵੱਲ ਚੋਖਾ ਨੁਕਸਾਨ ਕੀਤਾ। ਇਸ ਤੋਂ ਪਹਿਲਾਂ ਵੀ ਟਿੱਡੀ ਦਲ ਨੇ ਨੁਕਸਾਨ ਕੀਤਾ ਸੀ। ਕਿਸਾਨਾਂ ਨੂੰ ਪਤਾ ਕੀ ਕਿਹਾ? ਪੀਪੇ ਖੜਕਾਓ। ਉਹ ਰਾਤ ਨੂੰ ਪੀਪੇ ਖੜਕਾਈ ਜਾਂਦੇ ਆ, ਦਿਨ ਰਾਤ ਵਾਰੀ ਬੰਨ ਕੇ ਪੀਪੇ ਖੜਕਾਉਂਦੇ ਆ। ਗੱਲ ਤਾਂ ਇਹ ਆ ਵੀ ਸਰਕਾਰਾਂ ਸੁਹਿਰਦ ਹੋਣ, ਸਾਨੂੰ ਤਕਨੀਕ ਮੁਹੱਈਆ ਕਰਵਾਈ ਹੋਵੇ, ਵੇਲੇ ਸਿਰ ਪਹੁੰਚੇ ਹੋਣ, ਸਪਰੇਅ ਦਾ ਪ੍ਰਬੰਧ ਵੇਲੇ ਸਿਰ ਹੋਵੇ। ਜਦੋਂ ਚਟਮ ਹੋ ਜਾਂਦਾ ਸਾਰਾ ਕੁਝ, ਫਿਰ ਕਹਿ ਦਿੰਦੇ ਜੀ ਹੁਣ ਪਟਵਾਰੀ ਜਾ ਕੇ ਤੇ ਤੁਹਾਨੂੰ ਦੇਖੂਗਾ ਵੀ ਕਿੰਨਾ ਨੁਕਸਾਨ ਹੋ ਗਿਆ। ਪਟਵਾਰੀ 6 ਮਹੀਨੇ ਨਹੀਂ ਪਹੁੰਚਦਾ, ਪਟਵਾਰੀ ਤੋਂ ਬਾਅਦ ਤਹਿਸੀਲਦਾਰ ਕੋਲੇ ਜਾਣਾ, ਫਿਰ ਉਹ ਨਹੀਂ ਮਿਲਦਾ, ਉਹਦੇ ਤੋਂ ਬਾਅਦ ਵਿਭਾਗ ਕੋਲੇ ਜਾਣੀ ਹੈ ਗੱਲ, ਉਦੋਂ ਤੱਕ 3 ਸਾਲ ਨਿਕਲ ਜਾਂਦੇ ਆ। ਦੁੱਖ ਹੁੰਦਾ ਇਸ ਗੱਲ ਦੇ ਉੱਤੇ, ਤੁਸੀਂ ਗੰਨਾ ਬੀਜਦੇ ਹੋ, ਤੁਹਾਡੇ ਗੰਨੇ ਦੀ ਪੇਮੈਂਟ ਆ ਜਿਹੜੀ ਉਹ 2-3 ਸਾਲਾਂ ਬਾਅਦ ਮਿਲਦੀ ਹੈ। ਬਿਲਕੁਲ। ਤੇ ਜਦੋਂ ਮਿਲਦੀ ਹੈ ਤਾਂ ਉਦੋਂ MLA ਆ ਕੇ ਤੁਹਾਨੂੰ ਚੈੱਕ ਫੜਾਉਂਦਾ, ਜਿਵੇਂ ਆਪਦੀ ਜੇਬ ਦੇ ਵਿੱਚੋਂ ਪੈਸੇ ਦਿੰਦਾ ਹੁੰਦਾ। ਪੈਸੇ ਤੁਹਾਡੇ ਆ, ਇਹ 2-3 ਸਾਲ ਕਿਉਂ ਨਹੀਂ ਮਿਲੇ, ਸਵਾਲ ਤਾਂ ਇਹ ਪੈਦਾ ਹੁੰਦਾ। ਪਰ ਉਹ ਚੈੱਕ ਇਉਂ ਦਿੰਦੇ ਵੀ ਭਾਈ ਤੁਹਾਡੇ ਤੇ ਬਹੁਤ ਵੱਡਾ ਅਹਿਸਾਨ ਕੀਤਾ। ਅਖਬਾਰਾਂ 'ਚ ਫੋਟੋਆਂ ਲੱਗਦੀਆਂ ਜਿਵੇਂ ਅਸੀਂ ਭੀਖ ਲੈਂਦੇ ਹੁੰਦੇ ਆ। ਲੋਕ ਜਾਗਣਗੇ ਤਾਂ ਸਾਡੇ ਸਮਾਜ ਦਾ ਕੁਝ ਬਣੂਗਾ। ਤੇ ਜਿਹੜਾ ਨਕਲੀ ਬੀਜਾਂ ਦਾ ਮੁੱਦਾ ਉੱਠਿਆ ਸੀ, ਉਹਦੇ ਤੇ ਸਿਆਸਤ ਵੀ ਕਾਫੀ ਹੋਈ ਹੈ। ਇਹ ਸਿਰਫ ਮੁੱਦਾ, ਤੁਸੀਂ ਦੇਖਿਓ ਇਸ ਮੁੱਦੇ ਦੇ ਵਿੱਚੋਂ ਕੁਝ ਨਹੀਂ ਨਿਕਲਣਾ। ਅਕਾਲੀਆਂ ਨੇ ਕਹਿਣਾ ਜੀ ਉਹਦਾ ਅਸਤੀਫਾ ਚਾਹੀਦਾ, ਉਹਨਾਂ ਨੇ ਕਹਿਣਾ ਅਸੀਂ ਕਿਉਂ ਅਸਤੀਫਾ ਦੇਈਏ। ਲੱਕੀ ਢਿੱਲੋਂ ਕਹਿਣਾ ਜੀ ਕਿ ਮੈਂ ਤਾਂ ਸੁੱਚਾ ਸਿੰਘ ਲੰਘਾ
ਤੇ ਨਿਰਮਲ ਸਿੰਘ ਕਾਲੂ ਹੋਰੀ ਵੀ ਮੇਰੇ ਨੇੜੇ ਹੁੰਦੇ ਸੀਗੇ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਐਵੇਂ ਫਸਾਇਆ। ਰੰਧਾਵਾ ਹੋਰੀ ਕਹਿੰਦੇ ਮਜੀਠੀਏ ਦੇ ਨਾਲ ਮੇਰੀ ਤੜਿੰਗ ਚੱਲਦੀ ਹੈ ਤਾਂ ਕਰਕੇ ਆ। ਇਸ ਤੋਂ ਪਹਿਲਾਂ ਵੀ ਕਿਸਾਨੀ ਦੇ ਬਹੁਤ ਸਾਰੇ ਮੁੱਦੇ ਇਉਂ ਹੀ ਉੱਠੇ ਆ, ਪਰ ਇਹ ਸੱਚੀ ਕਿਸਾਨੀ ਦੇ ਮੁੱਦੇ ਨਹੀਂ ਉਠਾਏ। ਜੇ ਕਿਤੇ ਸੱਚੀ ਮੁੱਚੀ ਇੰਨੇ ਸੁਹਿਰਦ ਹੋਣ ਜਿੰਨਾ ਕਿ ਹੁਣ ਫਿਕਰ ਆ ਵੀ ਨਕਲੀ ਬੀਜ ਆ ਗਏ ਆ ਤੇ ਇਹ ਤਾਂ ਨਕਲੀ ਕੀਟਨਾਸ਼ਕ ਵੀ ਆਏ ਸੀਗੇ, ਉਦੋਂ ਕਾਂਗਰਸੀਆਂ ਨੂੰ ਫਿਕਰ ਹੁੰਦਾ ਸੀਗਾ ਵੀ ਦੇਖੋ ਜੀ ਬਹੁਤ ਬਰਬਾਦੀ ਆ ਪੰਜਾਬ ਦੀ ਕਿਸਾਨੀ ਦੀ, ਆਪਾਂ ਨਹੀਂ ਕਰਦੇ ਇਦਾਂ। ਬਿਲਕੁਲ ਸੱਚੀ ਮੁੱਚੀ ਜਿਸ ਦਿਨ ਸੁਹਿਰਦ ਹੋ ਕੇ ਇਕਜੁੱਟ ਹੋ ਕੇ ਤੇ ਕਿਸਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਨਾ, ਮਸਲੇ ਤਾਂ ਹੱਲ ਹੋਣੇ ਆ। ਨਹੀਂ ਤਾਂ ਕਿਸਾਨੀ ਦੇ ਨਾਂ ਦੇ ਉੱਤੇ ਖੇਡਾਂ ਖੇਡੀਆਂ ਜਾ ਰਹੀਆਂ ਜਿਵੇਂ ਕਿ ਹੁਣ। ਬਿਲਕੁਲ। ਤੇ ਇਸ ਟਾਈਮ ਆਪਾਂ ਇਹ ਕਹਿ ਸਕਦੇ ਹਾਂ ਕਿ ਬਹੁਤਾ ਕੁਝ ਇੱਥੇ ਜਿਹੜੀ ਹੈ ਸਿਆਸਤ ਦੀ ਭੇਟ ਚੜ੍ਹ ਚੁੱਕਿਆ ਹੈ। ਤੇ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਕਿਸਾਨਾਂ ਨੂੰ ਕਿਹਾ ਗਿਆ ਪੀਪੇ ਖੜਕਾਓ ਤੇ ਟਿੱਡੀ ਦਲ ਭੱਜ ਜਾਏਗਾ, ਥੋੜਾ ਟਾਈਮ ਪਹਿਲਾਂ ਮੋਦੀ ਸਾਹਿਬ ਨੇ ਵੀ ਕਿਹਾ ਸੀ ਕਿ ਥਾਲੀਆਂ ਖੜਕਾਓ, ਉਦੋਂ ਕਰੋਨਾ ਭੱਜ ਗਿਆ ਤੇ ਉਦੋਂ ਕਰੋਨਾ ਭੱਜ ਜਾਏਗਾ। ਤੇ ਮੈਨੂੰ ਲੱਗਦਾ ਕਰੋਨਾ ਦਾ ਸ਼ਾਇਦ ਨਹੀਂ ਭੱਜਿਆ, ਪਰ ਜੇ ਕਿਸਾਨਾਂ ਨੂੰ ਕਿਹਾ ਗਿਆ ਤਾਂ ਉਹ ਵੀ ਅਜ਼ਮਾ ਕੇ ਦੇਖ ਲਓ, ਸ਼ਾਇਦ ਟਿੱਡੀ ਦਲ ਭੱਜ ਜੇ। ਤੇ ਟੈਣਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਟਿੱਪਣੀਆਂ ਕੀਤੀਆਂ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁੰਦੇ ਹੋ ਇਜਾਜ਼ਤ, ਫਿਰ ਦੁਬਾਰਾ ਮਿਲਾਂਗੇ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।